ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਬਾਰ ਜਿਨ ਮਾਨਸ ਤੇ ਦੇਵਤ ਕੀਏ ਕਰਤ ਨ ਲਾਗੀ ਬਾਰ ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਦੋਇ ਦੀਵੇ ਚੌਦ੍ਹ ਹਟ ਨਾਲੇ ਜੇਤੇ ਜੀ ਤੇਤੇ ਬਣ ਜਾਰੇ ਖੁੱਲੇ ਹਟ ਹੋਆ ਬਾਪਾਰ ਜੋ ਪਹੁੰਚੈ ਸੋ ਚੱਲਣ ਹਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਬੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਿੱਧ ਸਿੱਧ ਜਾਖੋ ਫੁਰੀ ਤਬ ਕਾਹੂ ਸਿਉ ਕਿਆ ਕਾਜ ਤੇਰੇ ਕਹਿਨੇ ਕੀ ਗਤ ਕਿਆ ਕਹੂੰ ਮੈਂ ਬੋਲਤ ਹੀ ਬੜ ਲਾਜ ਰਿੱਧ ਸਿੱਧ ਜਾਖੋ ਪੁਰੀ ਤਬ ਕਾਹੂ ਸਿਉ ਕਿਆ ਕਾਜ ਤੇਰੇ ਕਹਿਨੇ ਕੀ ਗਤ ਕਿਆ ਕਹੂੰ ਮੈਂ ਬੋਲਤ ਹੀ ਬੜ ਲਾਜ ਰਾਮ ਜਿਹ ਪਾਇਆ ਰਾਮ ਤੇ ਭਵੈ ਨ ਬਾਰੈ ਬਾਰ ਰਹਾ ਝੂਠਾ ਜਗ ਡਹਿਕੈ ਘਨਾ
ਦਿਨ ਦੋਏ ਬਰਤਨ ਕੀ ਆਸ, ਰਾਮ ਉਦਕ ਜਿਹ ਜਨ ਪੀਆ, ਤੇ ਬੋਹਰ ਨ ਭਈ ਪਿਆਸ। ਗੁਰ ਪ੍ਰਸਾਦ ਜਿਹ ਬੂਝਿਆ, ਆਸਾ ਤੇ ਭਇਆ ਨਿਰਾਸ। ਸਭ ਸਚ ਨਦਰੀ ਆਇਆ, ਜੋ ਆਤਮ ਭਇਆ ਉਦਾਸ। ਰਾਮ ਨਾਮ ਰਸ ਚਾਖਿਆ, ਹਰ ਨਾਮਾ ਹਰ ਤਾਰ। ਕਹੋ ਕਬੀਰ ਕੰਚਨ ਭਇਆ, ਭ੍ਰਮ ਗਿਆ ਸਮੁੰਦਰੈ ਪਾਰ। ਰਾਮ ਨਾਮ ਰਸ ਚਾਖਿਆ, ਹਰ ਨਾਮਾ ਹਰ ਤਾਰ। ਕਹੋ ਕਬੀਰ ਕੰਚਨ ਭਇਆ, ਭ੍ਰਮ ਗਿਆ ਸਮੁੰਦਰੈ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਰਾਜਾਨ ਰਾਜ ਭਾਨਾਨ ਭਾਨ। ਦੇਵਾਨ ਦੇਵ ਉਪਮਾ ਮਹਾਨ, ਸਮਰੱਥ ਗੁਰੂ ਸਰਬ ਸ਼ਕਤੀਮਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਆਪਾਂ ਸਾਰੇ ਹੀ ਵਡਭਾਗੇ ਹਾਂ, ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ। ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਬੰਦੀ ਛੋੜ ਦਿਵਸ ਦਿਹਾੜਾ ਨੂੰ ਸਮਰਪਿਤ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸੋ ਸਮੁੱਚੀਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਦਿਹਾੜੇ ਦੀ ਲੱਖ ਲੱਖ ਵਧਾਈ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰੇ, ਜਿੱਥੇ ਆਪਾਂ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸ਼ਰਵਣ ਕਰਨੀ ਹੈ, ਉੱਥੇ ਨਾਲ ਨਾਲ ਜੋ ਮੀਰੀ ਪੀਰੀ ਦੇ ਮਾਲਕ ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਬਾਰੋ ਬਾਰੀ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਜਿਹੜੇ ਵੱਡੇ ਯੋਧੇ ਵੀ ਸਨ, ਪਰਉਪਕਾਰੀ ਵੀ ਹਨ,
ਤੇ ਐਸੇ ਸਮਰਾਟ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਜੋ ਪਾਵਨ ਇਤਿਹਾਸ ਹੈ ਕਿ ਕਿਵੇਂ ਉਹ ਗਵਾਲੀਅਰ ਦੇ ਕਿਲੇ ਵਿੱਚ ਪਹੁੰਚੇ ਨੇ ਤੇ ਉੱਥੋਂ ਫਿਰ ਰਿਹਾ ਹੋ ਕੇ ਕਿਵੇਂ ਆਏ ਨੇ, ਉਸ ਪਾਵਨ ਇਤਿਹਾਸ ਨਾਲ ਵੀ ਆਪਾਂ ਸਾਂਝ ਪਾਣੀ ਹੈ। ਸੋ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪਾਂ ਸਾਰੇ ਹੀ ਆਪਣੀ ਰਸਨਾ ਨੂੰ ਪਵਿੱਤਰ ਕਰੀਏ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਿੱਧ ਸਿੱਧ ਜਾ ਕੋ ਪੁਰੀ ਤਬ ਕਾਹੂ ਸਿਉ ਕਿਆ ਕਾਜ, ਤੇਰੇ ਕਹਿਨੇ ਕੀ ਗਤ ਕਿਆ ਕਹੂੰ, ਮੈਂ ਬੋਲਤ ਹੀ ਬੜ ਲਾਜ। ਸ਼੍ਰੋਮਣੀ ਭਗਤ ਕਬੀਰ ਸਾਹਿਬਾਨ ਦੀ ਰਸਨਾ ਦੁਆਰਾ ਗੁਰੂ ਸਾਹਿਬਾਨ ਜੀ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਮਾਰੂ ਰਾਗ ਦੇ ਵਿੱਚ ਕਬੀਰ ਸਾਹਿਬਾਨ ਜੀ ਦਾ ਇਹ ਤੀਸਰਾ ਸ਼ਬਦ ਹੈ ਤੇ 1103 ਅੰਕ ਤੇ ਸੁਸ਼ੋਭਿਤ ਹੈ। ਪਾਵਨ ਸ਼ਬਦ ਦੇ ਵਿੱਚ ਕਬੀਰ ਸਾਹਿਬਾਨ ਦੀ ਕਿਸੇ ਯੋਗੀ ਪੁਰਸ਼ ਨਾਲ ਵਿਚਾਰ ਚਰਚਾ ਹੋ ਰਹੀ ਹੈ। ਜਿਹੜਾ ਯੋਗੀ ਪੁਰਸ਼ ਜਿਹਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਦਾ ਮਾਣ ਸੀ, ਹੰਕਾਰ ਦੇ ਵਿੱਚ ਅਪਰਿਆ ਕਰਦਾ ਸੀ ਤੇ ਆਪਣੇ ਆਪ ਨੂੰ ਵੱਡਾ ਕਹਾਉਂਦਾ ਸੀ। ਜਦੋਂ ਕਬੀਰ ਸਾਹਿਬਾਨ ਦੇ ਕੋਲ ਆਇਆ, ਆਪਣੀਆਂ ਰਿੱਧੀਆਂ ਸਿੱਧੀਆਂ ਗਿਣਾਉਣ ਲੱਗਿਆ ਕਿ ਮੇਰੇ ਕੋਲ ਆਹ ਸ਼ਕਤੀ ਹੈ, ਮੈਂ ਆਹ ਕਰ ਸਕਦਾ ਹਾਂ, ਮੈਂ ਇਸ ਤਰ੍ਹਾਂ ਦਰਖਤਾਂ ਨੂੰ ਮੈਂ ਰੋੜ ਕੇ ਲਿਜਾ ਸਕਦਾ ਹਾਂ, ਮੈਂ ਤੇਜ਼ੀ ਦੇ ਝੱਖੜ ਚਲਾ ਸਕਦਾ ਹਾਂ, ਮੈਂ ਅਣੂ ਜੈਸਾ ਰੂਪ ਧਾਰਨ ਕਰ ਸਕਦਾ, ਮੈਂ ਵਿਰਾਟ ਰੂਪ ਧਾਰਨ ਕਰ ਸਕਦਾ ਹਾਂ। ਇਹ ਯੋਗੀ ਪੁਰਸ਼ਾਂ ਜਿਹੜੇ ਨੇ ਇਹੋ ਜਿਹੀਆਂ ਰਿੱਧੀਆਂ ਸਿੱਧੀਆਂ ਦਾ ਇਸਤੇਮਾਲ ਕਰਕੇ ਇਹੋ ਜਿਹੀਆਂ ਖੇਡਾਂ ਖੇਡ ਦਿੰਦੇ ਸਨ। ਤੇ ਜਦੋਂ ਫਿਰ ਭਗਤ ਕਬੀਰ ਸਾਹਿਬਾਨ ਜੀ ਕਹਿੰਦੇ ਠੀਕ ਹੈ ਭਾਈ, ਤੇਰੇ ਕੋਲ ਰਿੱਧੀਆਂ ਹੋਣਗੀਆਂ ਸਿੱਧੀਆਂ ਹੋਣਗੀਆਂ, ਪਰ ਉਹ ਰਿੱਧੀਆਂ ਸਿੱਧੀਆਂ ਕਿਸ ਕੰਮ ਦੀਆਂ? ਰਿੱਧ ਸਿੱਧ ਜਾ ਕੋ ਪੁਰੀ ਤਬ ਕਾਹੂ ਸਿਉ ਕਿਆ ਕਾਜ। ਜਦੋਂ ਰਿੱਧੀ ਸਿੱਧੀ ਪ੍ਰਾਪਤ ਹੋ ਗਈ, ਤੈਨੂੰ ਇਹ ਸ਼ਕਤੀਆਂ ਮਿਲ ਗਈਆਂ, ਕਹਿੰਦੇ ਫਿਰ ਭਾਈ ਤੈਨੂੰ ਫਿਰ ਹੋਰ ਕੀ ਕਾਜ ਰਹਿ ਗਿਆ, ਹੋਰ ਕੀ ਕੰਮ ਰਹਿ ਗਿਆ, ਇਹ ਦੱਸਣਾ ਕਰ। ਕਿਉਂਕਿ ਤੇਰੇ ਕਹਿਨੇ ਕੀ ਗਤ ਕਿਆ ਕਹੂੰ, ਮੈਂ ਬੋਲਤ ਹੀ ਬੜ ਲਾਜ। ਜੋ ਤੂੰ ਆਪਣੇ ਮੁਖੋਂ ਕਹਿੰਦਾ ਹੈ, ਕਹਿੰਦੇ ਇਸ ਤਰ੍ਹਾਂ ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਚਾਹੀਦੀ ਹੈ ਹਰ ਸਮੇਂ ਹਰ ਪਲ, ਕਿ ਜਦੋਂ ਜੇਕਰ ਪਰਮਾਤਮਾ ਦੀ ਇਬਾਦਤ ਕਰਕੇ ਬੰਦਗੀ ਕਰਕੇ ਕੁਝ ਨਾ ਕੁਝ ਜੀਵ ਨੂੰ ਪ੍ਰਾਪਤ ਹੁੰਦਾ ਨਾ, ਤੇ ਉਦੋਂ ਜੀਵ ਦਾ ਇਹ ਫਰਜ਼ ਬਣਦਾ ਹੈ ਕਿ ਉਸ ਮਾਲਕ ਦਾ ਪਰਮਾਤਮਾ ਦਾ ਧੰਨਵਾਦ ਕਰਨਾ। ਪਰ ਜੀਵ ਦੀ ਇਹ ਆਦਤ ਹੈ ਕਿ ਜੀਵ ਅਹੰਕਾਰ ਦੇ ਵਿੱਚ ਅਫਰ ਜਾਂਦਾ, ਤੇ ਜਿਸ ਕਰਕੇ ਉਸ ਦਿੱਤੀ ਹੋਈ ਸ਼ਕਤੀ ਦਾ ਫਿਰ ਜੀਵ ਗਲਤ ਇਸਤੇਮਾਲ ਕਰਦਾ ਹੈ। ਹੁਣ ਛੇਵੇਂ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਅੱਜ ਆਪਾਂ ਬੰਦੀ ਛੋੜ ਦਿਵਸ ਮਨਾ ਰਹੇ ਹਾਂ, ਕਿ ਛੇਵੇਂ ਪਾਤਸ਼ਾਹ ਮਹਾਰਾਜ ਕੋਲ ਸ਼ਕਤੀ ਨਹੀਂ ਸੀ? ਗਵਾਲੀਅਰ ਦੇ ਕਿਲੇ ਵਿੱਚ ਰਹੇ, ਉਦੋਂ ਇਹ ਇਹੋ ਜਿਹੀ ਜੇਲ੍ਹ ਸੀ ਕਿ ਇੱਕ ਵਾਰੀ ਬੰਦਾ ਅੰਦਰ ਚਲਿਆ ਜਾਂਦਾ ਤੇ ਦੁਬਾਰਾ ਫਿਰ ਉਹ ਜਿਉਂਦਾ ਵਾਪਸ ਨਹੀਂ ਆ ਸਕਦਾ। ਪਰ ਦੇਖ ਬੰਦੀ ਛੋੜ ਦਾਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅੰਦਰ ਗਏ ਨੇ, ਜਿੱਥੇ ਸਤਿਗੁਰੂ ਆਪ ਆਏ ਨੇ ਤੇ ਆਪਣੇ ਨਾਲ 52 ਰਾਜਿਆਂ ਨੂੰ ਵੀ ਨਾਲ ਲੈ ਕੇ ਉਹਨਾਂ ਨੂੰ ਰਿਹਾ ਕੀਤਾ। ਕਾਰਨ ਕੀ ਬਣਿਆ? ਕਿਉਂ ਸਤਿਗੁਰੂ ਮਹਾਰਾਜ ਉਸ ਗਵਾਲੀਅਰ ਦੇ ਕਿਲੇ ਵਿੱਚ ਗਏ ਨੇ? ਅਸਲ ਵਿੱਚ ਕਾਰਨ ਇਹ ਸੀ ਕਿ ਜਦੋਂ 1606 ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਹੈ। ਸਤਿਗੁਰੂ ਸ਼ਹਾਦਤ ਪ੍ਰਾਪਤ ਕਰਨ ਤੋਂ ਪਹਿਲਾਂ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣਾਉਂਦੇ ਹਨ। ਇਹ ਛੇਵੇਂ ਸਤਿਗੁਰੂ ਬਣਦੇ ਨੇ। ਤੇ ਇੱਧਰੋਂ ਫਿਰ ਨਾਲ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਸੀ ਕਿ ਪੁੱਤਰ, ਸਾਡੇ ਸ਼ਹੀਦ ਹੋਣ ਤੋਂ ਬਾਅਦ
तुसां ने शस्त्र विद्या आप भी करनी, अपने सिखां नूं भी करानी है, घोड़ सवारी करनी है, सैना भर्ती करनी है, एक किले की सिरजना करनी है, जिहदा एक किला सिरजना जिहदा नाम रखना श्री अकाल तख्त साहिब। उत्थे जिन्नियां भी सिख संगतां ने संसार के लोगों के फैसले उत्थे कीते जाने चाहिए। तो इस तरह ये सतगुरु महाराज ने हुक्म कर दिता सी। हुण दस पंजवें पातशाह शहादत जाम पी चुके ने, पिछों सतगुरु महाराज ने फिर ये अपने पिता गुरु के बचनों उत्ते पहरा दिता, सैना भर्ती की, तख्त उत्ते विराजमान होए, मीरी पीरी दियां तलवारां पहन लियां। मीरी पीरी तलवारां पहनने उपरंत जो सतगुरु जी ने कलगी जगह सजाई है, सारी संगत नूं संबोधन करके बचन कीते। सिख आउंदे पातशाह के चरणों च मत्था टेकदे ते सतगुरु महाराज पुछदे ने कि भाई सिखा तेरे किन्ने पुत्र ने, किन्ने बच्चे ने? क्योंकि पुरातन समयां विच 4-4 5-5 जिहड़े बच्चे आम परिवारां विच हुंदे सन। ते सिख कोई कहंदा कि पातशाह मेरे घर 4 पुत्र ने, कोई कहंदा पातशाह मेरे घर 5 ने, 3 ने। ते गुरु हरगोबिंद साहिब महाराज अगों वचन करदे, कहंदे भाई एक पुत्र गुरु नानक दे घर दा सेवादार बनाना कर, एक पुत्र सानू दे, असीं सैना च भर्ती करना है। ते सिख इस तरीके नाल अपने बच्चियां नूं गुरु नानक दे घर दे विच ते इस तरह सेवादार बना के भेजदे सन। ते जिस तरीके नाल कहंदे इस तरह सतगुरु ने बहुत सारी भर्ती की, माझे दे विचों बहुत सारे जिहड़े सूरमे सन गुरु पातशाह की सैना विच भर्ती होए। बड़े बड़े सतगुरु करतब कर रहे हैं, निता प्रति शास्त्र विद्या का अभ्यास हो रहा। श्री अकाल तख्त साहिब की सिरजना की गई। जिहड़ियां ये तैयारियां चल रही ने ना, तो जहांगीर बादशाह तक खबरां पहुँच रही ने। तो क्योंकि उदों जहांगीर बादशाह का हुक्म सी कि साडे राज दे विच कोई गैर मुसलमान सीस उत्ते दस्तार नहीं सजा सकता, तो साडे कोई तख्त ला के नहीं बैठ सकता है। तो जदों सतगुरु गुरु हरगोबिंद साहिब महाराज ने जिथे आप भी दस्तार सजाई, तो नाल अपने सिखां नूं हुक्म करता कि जिन्हें भाई साडे दीदार करने ने, साडा सिख साबत सूरत दस्तार सिरा, साडा सिख सीस उत्ते दस्तार सजावे, साडा सिख शस्त्रधारी होवे। ते ये पल पल दीयां खबरां जहांगीर बादशाह तक पहुँच रही सन। इत्थों तक कईयां ने जाके जिहड़े गुरु घर के निंदक सन, चुगलखोर सन, उन्होंने चुगली लाई, कहन लगे बादशाह सलामत तुहानूं पता है कि गुरु हरगोबिंद साहिब महाराज अपने पिता गुरु अर्जन देव महाराज का आप जी तो बदला लेना चाहते हैं। उन्होंने यह है कि आप जी ने उन्होंने पिता जी को शहीद किया है। तो एक ये बड़ा कारण सी जहांगीर बादशाह का कि जिस करके उन्हें गुरु हरगोबिंद साहिब महाराज नूं कैदखाने में पाया। तो जिहड़ा आपां आम कारण पढ़ते हैं कि जदों साजिशां रचियां गईयां, चंदू जैसिया ने जाके ये जिहड़ा एक जिहड़ा गुरु सवारे पंडित सी, जोतशी सी, वो भेजना कीता कि देखो बादशाह सलाम तुहाडे उत्ते साड़ सती का समा आया है, ये साड़ सती किवें टल सकती है? बादशाह पुछदा, कहंदा जेकर कोई उच्च कुल विच पैदा होया होवे, किसी तख्त उत्ते विराजमान होवे, जेकर तुहाडे लई वो गवालीअर दे किले विच तुहाडे लई 1.25 महीना तस्वीर फेरे, तुहाडे उत्ते ये साड़ सती टल सकती है। तो गुरु सवारियो फिर कहन लग्या कि इहो जी उच्च कुल दे विच केवल ते केवल गुरु नानक की गद्दी ते विराजमान 6वें सतगुरु गुरु हरगोबिंद साहिब महाराज हैं। तो गुरु सवारे फिर जहांगीर ने अपने अहदीए भेजे, पातशाह के चरणों च बेनती की कि आप जी मैनूं दिल्ली आके दर्शन दीदारे देना करो। तो गुरु हरगोबिंद साहिब महाराज फिर दिल्ली की धरती पर पहुँचे सन। दिल्ली की धरती तो फिर गुरु सवारे पातशाह जो जहांगीर बादशाह ने सतगुरु जी ने पहला कुछ दिन इस तरह रहे ने,
फिर कहन लगे कि तुसीं साडे लई तस्बीह फेरना करो 40 दिन। एक बहाना सी कि ताकि ये सोच सी कि एक बारी मैं गुरु हरगोबिंद साहब महाराज नूं कैदखाने विच पा दियां ते दुआरा सतगुरु जी फिर बाहर नहीं निकल सकणगे। ते उदों छेवें पातशाह महाराज फिर अपने नाल 5 सिखां नूं नाल लैके गवालीयर दे किले दे अंदर प्रवेश होए ने। गवालीयर का किला जिथों का दरोगा सी हरदास क्योंकि 2 प्रकार के कैदी होंदे ने, एक आम कैदी हुंदा, एक राजसी कैदी हुंदा। ते सतगुरु गुरु हरगोबिंद साहब महाराज नूं जिहड़ा राजसी कैदी बना के लैके गए ताकि इन्हां दी चंगी तरह आओ भगत टहल सेवा हो सके। पर जदों सतगुरु महाराज किले के दरवाजे अंदर प्रवेश होए, हरदास दरोगे ने सतगुरु महाराज के दर्शन दीदारे कीते ते गुरु पातशाह के रूहानी चेहरे नूं देख के ऐसा प्रभावित होया ते मन दे विच गुरु हरगोबिंद साहब महाराज के प्रति शरधा भावना जागी। जिहड़े राजपूत राजे गवालीयर के किले विच कैद सन, जिन्हां दी जीउण दी आस मुकी हुई सी, क्योंकि उन्होंने उस कैदखाने च बड़े देवी देवतियां की आराधना की, पूजावां करते ने, देवी देवते चेते करते सन कि साडी इत्थे मदद करो, साडा बंधना ते छुटकारा करना करो। पर कोई भी गुरु सर मदद लई अगे नहीं आया सी। तो इतिहासकार लिखते हैं, कहते फिर किसी ने दसिया, कहते जदों कोई किसी की बांह नहीं पकड़ता ना, गुरु नानक दे घर विच फरियाद करिए, गुरु नानक दा घर ऐसा है कि गुरु नानक दे घर विच फिर बांह पकड़ी जाती है। तो गुरु सवारियो उदों फिर इन्हां ने सतगुरु महाराज के चरणों च बेनती की। सतगुरु हाले बाहर ने ते बेनती की कि हे गुरु नानक दी जोत, आप जी ही सानू इत्थों बाहर कढ़ सकते सन, आप जी बख्शिश करो, सानू आके इत्थे दीदार, सानू इस कैदखाने रिहा कराना करो। ये बड़ा कारण सी जिहड़े ये 52 राजपूत राजे जिहड़े सन कैदखाने विच पे हुए सी। असल विच वो गुरु नानक पातशाह नूं जिहड़ी गद्दी दे मालक सन, उस गुरु नूं याद करते सन, अरदासां करते सन कि सतगुरु साडे बंधना नूं आप जी तोड़ना करो, सानू मुक्त करना करो। जिस करके गुरु सवारियो गुरु हरगोबिंद साहब महाराज उस किले विच गए ने। जदों हुण सतगुरु महाराज पहुँचे ने, राजियां ने सतगुरां दे दर्शन दीदारे कीते, क्यों किला एक ऐसा बनया होया सी जिथे सूरज की किरण अंदर नहीं जाती सन। जदों हुण सतगुरु महाराज दे दीदार कीते, जिवें धरती उत्ते सूरज दीयां किरणां पैंदियां प्रकाश हो जाता, इस तरह इन्हां दे मुरझाए हुए चेहरे सन, वो चेहरे उत्ते रौनक आई, खुशी आई है। फुल खिड़दा ना, फुल जो सूरज दीयां किरणां धरती उत्ते पैंदियां फुल खिड़ जाता है, इस तरह इन्हां दे चेहरे खिड़ गए कि हुण असीं साडा जिहड़ा सानू हुण आस बन गई है कि असीं इत्थों बाहर निकल सकांगे। गुरु हरगोबिंद साहब महाराज ने तरसयोग हालत देखना की ते सतगुरु महाराज जदों भोजन प्रशादे का प्रबंध करन लगे, राजसी कैदी का जिहड़ा खर्च सी वो दिता, ते सतगुरु ने इनकार करता कि भाई असीं नहीं ये वरतना। असी अपने सिखां नूं हुक्म कीता कि किरत करो, वंड छको, नाम जपो। जिहड़े साडे नाल 5 सिख आए ने, ये 10 नौं दी किरत करनगे बाजार विच जाके, जो ये मजदूरी करनगे कमा के लैके आउणगे, उहदे राहीं असी अपना गुजरान करांगे। बाकी जिहड़ा सानू तुसीं ये खर्च दे रहे हो, ये खर्च के राही जिन्ने भी ये कैदी हैं, इन्हां कैदियां नूं भोजन प्रशादा छकाना करो। तो गुरु सवारियो फिर गवालीयर के किले विच गुरु के लंगर तैयार होने लग पे। गवालीयर के किले दे विच दोनों समय दीवान सजदे ने,
सजे हुए दीवाना दे विच हर कीਆਂ कथा कहानियाँ गुरमीत सुनाइयाँ बलिहारी गुर अपने गुर को बल जाइया। ते इस तरह कथा कहानियाँ होण लगियाँ, हरि दा जस हो रहा ते पातशाह आप सिमरन करते ने। ते जिन्ने भी ये राजपूत राजे हैं इन्हां राजियां तो श्री पातशाह सिमरन करा रहे हैं। जदों हरदास दरोगे ने सतगुर का इस तरह तेज प्रताप देखिया ते मन करके गुरु का सिख बन गया। ते इधरों गुरु सवारियों जिहड़े 40 दिन सन वो लंघ चुके ने, हले तक सतगुरु महाराज के रिहाई के ऑर्डर नहीं आए हैं। समा लंघ गया, उत्तों हो गया। उधर अमृतसर साहब की धरती ते बाबा बुढ़ा साहब जी होर अनेकां जिहड़े सिख ने, भाई गुरदास जैसे, ये होर अनेकां सिख, भाई शालो जैसे, जिन्हां कोल संगतां देशां बदे चल के आउंदियां ने, जदों पहुँचदियां ने अमृतसर साहब की धरती ते देखते हैं कि सतगुरु तो इत्थे है ही नहीं हैं। सतगुरु जी गवालीयर के किले विच बादशाह जहांगीर ने कैद कर दिते हैं। तो संगतां दे मन च बड़ा रोस पैदा होया मौके की हुकूमत प्रति। वो रोस इस करके पैदा होया सी क्योंकि 1606 दे विच सतगुरु महाराज 6वें 5वें पातशाह शहीद किया गया। तो तकरीबन 1621 दे विच गुरु हरगोबिंद साहब महाराज किले चों बाहर आए सन। ये जिहड़ी सतगुरु जिहड़े अंदर किले च किन्ना समा रहे ने, ये विद्वानां दी वखरी वखरी राय। कोई कहता 6 महीने सतगुरु रहे ने, कोई कहता 2 साल तक सतगुरु अंदर कैदखाने च रहे ने। ये वखरी वखरी गुरु सवारे विद्वानां दी राय है। तो कहण दा भाव है कि हाले कुछ कु साल बतीत होए सन। संगतां दे मन च ये पहले ही रोस सी कि जालम सरकार ने साडे गुरु साहिबान नूं असह तसीह दे के शहीद कीता है, किते ये ना होवे कि गुरु हरगोबिंद साहब महाराज नूं शहीद कर देना। जिस करके संगतां च मन च बड़ा रोस। संगतां उस समय नगरां विच विचरदियां ते गुरु गुरु जपदियां, सरकार नूं लाहणतां पाउंदियां ने। इधर गुरु सवारियो ब्रह्म विग्यानी बाबा बुढ़ा साहब जी ने उस समय फिर शब्द चौंकी आरंभ की। आपां रोज़ाना पढ़ते हैं ना अरदास विच, चौंकियां झंडे बुंगे जुगो जुग अटल धर्म का जयकार बोलो जी वाहिगुरू। असल विच इहदी जिहड़ी रंभता हुई है, ये रंभता ब्रह्म ज्ञानी बाबा बुढ़ा साहब जी पासों हुई है। बाबा बुढ़ा साहब जी ने संगत नूं इकत्तर करन दे लई शब्द चौंकी आरंभ कर दी। परिक्रमा की जाती अमृतसर साहब की। तो संगतां दे मन च इन्ना विराग आउंदा, कहंदे कई बारी संगतां अमृतसर साहब तो चलदियां ने ते गवालीयर तक पहुँच तुर के, कई कहते लग जाता रस्ते विच। गवालीयर तक पहुँचना, गवालीयर के किले नूं मत्था टेक के, किले नूं मत्था नहीं टेकते सन, जिहड़ी अंदर जोत बैठी हुई है, जो शरीर गुरु हरगोबिंद साहब महाराज का है, उस शरीर नूं अंतर ध्यान होकर मत्था टेकते सन ते बेनतियां करते सन कि सतगुरु आप जी के अगे एक गवालीयर का किला की है। हे पातशाह, जे आप जी चाहन धरती नूं मूंदी मार सकते हो, तो पातशाह जे आप चाहन तो इस धरती नूं आकाश उत्ते चढ़ा सकते हो। आप समर्थ गुरु हो पातशाह जी, कृपा करो, आप जी इत्थों बाहर आना करो तो सतगुरु जी संगतां नूं आके दर्शन दीदारे देना करो। तो गुरु सवारे इस तरीके दे नाल फिर परिक्रमा करके फिर वापस मुड़ के आ जाते सन। उधर ज्यों ज्यों समा लंघदा गया, चंदू दे मन विच ये विचार आ रही है किते ये ना होवे कि जे गुरु हरगोबिंद साहब महाराज इत्थों रिहा हो गए, फिर जिहड़ी मेरी मौत पक्की है, जहांगीर बादशाह नाल असर सूख सतगुर दा होवेगा ते मैनू फिर मेरे कीते जिहड़ा फल मैनू मिलेगा। इस तरह मन दे विच ये विचारां करदा। कहंदे उस समय ने कुछ ही शरारत की। एक पत्रिका हरदास दरोगे लिखना की। उस पत्रिका च लिखिया कि ए हरदास दरोगे, तू मेरा भरा है, मेरा एक कार्य करना कर, मेरा दुश्मन है ये गुरु हरगोबिंद साहब महाराज।
ਤੂੰ ਕਿਸੇ ਤਰੀਕੇ ਨਾਲ, ਮੈਂ ਤੈਨੂੰ ਆ ਜ਼ਹਿਰ ਦੇ ਰਿਹਾ ਹਾਂ, ਜ਼ਹਿਰ ਨਾਲ ਭੇਜਣਾ ਕੀਤਾ, ਆ ਜ਼ਹਿਰ ਦੀ ਪੁੜੀ ਮੈਂ ਦੇ ਰਿਹਾ ਹਾਂ, ਤੂੰ ਇਸ ਜ਼ਹਿਰ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਭੋਜਨ ਵਿੱਚ ਮਿਲਾਣਾ ਕਰ। ਜਦੋਂ ਸਤਿਗੁਰੂ ਜੀ ਭੋਜਨ ਛਕਣਗੇ ਤੇ ਉਦੋਂ ਖਤਮ ਹੋ ਜਾਣਗੇ ਤੇ ਤੇਰੇ ਉੱਤੇ ਕੋਈ ਨਾਮ ਨਹੀਂ, ਤੇਰਾ ਨਾਮ ਨਹੀਂ ਲੱਗੇਗਾ। ਤੈਨੂੰ ਮੈਂ ਬਹੁਤ ਸਾਰੀ ਮਾਇਆ ਦਮ ਦੇ, ਤੈਨੂੰ ਪਤਾ ਹੈ ਮੇਰੀ ਬਾਦਸ਼ਾਹ ਨਾਲ ਬੜੀ ਨੇੜਤਾ ਹੈ, ਧਨ ਸੰਪਦਾ ਦੀ ਕਮੀ ਨਹੀਂ ਰਹਿਣ ਦਿਆਂਗਾ, ਵੱਡਾ ਤੈਨੂੰ ਮਰਤਬਾ ਦੇ ਦਿਆਂਗਾ। ਇਤਿਆਦ ਗੁਰੂ ਸਵਾਰੇ ਅਨੇਕਾਂ ਪ੍ਰਕਾਰ ਦੀਆਂ ਗੱਲਾਂ ਬਾਤਾਂ ਲਿਖੀਆਂ ਗਈਆਂ। ਹਰਦਾਸ ਦਰੋਗੇ ਨੇ ਪੱਤਰਕਾ ਪੜ੍ਹੀ ਤੇ ਮਨ 'ਚ ਬੜਾ ਦੁੱਖ ਹੋਇਆ ਕਿ ਮਨਾ ਦੀਨ ਦਿਆਲੂ ਸਤਿਗੁਰੂ ਜਿਨ੍ਹਾਂ ਦਾ ਕਾਰਜ ਹੈ ਪਰਉਪਕਾਰ ਕਰਨਾ, ਐਸੇ ਸਮਰੱਥ ਗੁਰੂ ਨੂੰ ਇਹੋ ਜਿਹੇ ਲੋਕ ਕੁਝੀਆਂ ਸ਼ਰਾਰਤਾਂ ਕਰਦੇ ਨੇ ਖਤਮ ਕਰਨ ਦੀਆਂ। ਕਹਿੰਦੇ ਉਸ ਸਮੇਂ ਹਰਦਾਸ ਦਰੋਗੇ ਨੇ ਉਹ ਪੱਤਰਕਾ ਗੁਰੂ ਹਰਗੋਬਿੰਦ ਸਾਹਿਬ ਨੂੰ ਦਿਖਾ ਦਿੱਤੀ ਕਿ ਪਾਤਸ਼ਾਹ ਦੇਖੋ ਇਹ ਪਾਪੀ ਕੀ ਕਰ ਰਹੇ ਨੇ। ਆਪ ਜੀ ਪਾਤਸ਼ਾਹ ਜੀ ਇਸ ਕਿਲੇ ਵਿੱਚ ਸ਼ਾਂਤ ਚਿੱਤ ਬੈਠੇ ਹੋਏ ਹਨ ਤੇ ਬਾਹਰੋਂ ਚੰਦੂ ਜੈਸੇ ਪਾਪੀ ਇਸ ਤਰ੍ਹਾਂ ਪੱਤਰਕਾ ਭੇਜ ਕੇ ਆਪ ਜੀ ਨੂੰ ਖਤਮ ਕਰਨਾ ਚਾਹੁੰਦੇ ਹਨ। ਸਤਿਗੁਰੂ ਦੇਖੋ ਇਹ ਜ਼ਹਿਰ ਦੀ ਪੁੜੀ ਦੇ ਰੰਗਣਾ ਕੀਤੀ ਹੈ। ਤੇ ਗੁਰੂ ਸਵਾਰੇ ਸਮਾਂ ਲੰਘਿਆ, ਇਸੇ ਤਰ੍ਹਾਂ ਨਿੱਤਾ ਪ੍ਰਤੀ ਹੀ ਗੁਰੂ ਕਾ ਜਸ ਵਡਿਆਈ ਉਸ ਕਿਲੇ ਵਿੱਚ ਹੋ ਰਹੀ ਹੈ। ਕਹਿੰਦੇ ਮਹੀਨੇ ਕੁ ਬਾਅਦ ਫਿਰ ਕਹਿੰਦੇ ਇੱਕ ਹੋਰ ਪੱਤਰਕਾ ਹਰਦਾਸ ਦਰੋਗੇ ਕੋਲ ਚੰਦੂ ਦੀ ਭੇਜੀ ਹੋਈ। ਇਹ ਕਹਿੰਦੇ ਸੁੰਦਰ ਪੋਸ਼ਾਕ ਤਿਆਰ ਕੀਤੀ ਗਈ, ਉਸ ਪੋਸ਼ਾਕ ਨੂੰ ਜ਼ਹਿਰ ਲਾਇਆ ਹੋਇਆ ਤੇ ਪੱਤਰਕਾ ਵਿੱਚ ਚੰਦੂ ਨੇ ਲਿਖਣਾ ਕੀਤਾ ਕਿ ਇਹ ਜਿਹੜੀ ਤੂੰ ਇਹ ਪੋਸ਼ਾਕ ਹੈ ਇਹ ਗੁਰੂ ਹਰਗੋਬਿੰਦ ਸਾਹਿਬ ਨੂੰ ਪਹਿਨਾਣਾ ਕਰ। ਜੋ ਸਤਿਗੁਰੂ ਇਸ ਪੋਸ਼ਾਕ ਨੂੰ ਪਹਿਨਣਗੇ ਤੇ ਸਤਿਗੁਰਾਂ ਉੱਤੇ ਫਿਰ ਜ਼ਹਿਰ ਦਾ ਅਸਰ ਹੋਵੇਗਾ, ਪਹਿਨਦਿਆਂ ਸਾਰ ਪਾਤਸ਼ਾਹ ਖਤਮ ਹੋ ਜਾਣਗੇ, ਤੇਰਾ ਨਾਮ ਨਹੀਂ ਲੱਗੇਗਾ ਤੇ ਇਸ ਤਰ੍ਹਾਂ ਫਿਰ ਮੇਰਾ ਜਿਹੜਾ ਦੁਸ਼ਮਣ ਹੈ ਖਤਮ ਹੋ ਜਾਵੇਗਾ। ਤੇ ਗੁਰੂ ਸਵਾਰੇ ਉਹ ਪੱਤਰਕਾ ਵੀ ਉਸ ਸਮੇਂ ਸਤਿਗੁਰੂ ਦੇ ਜਿਹੜਾ ਇਸ ਹਰਦਾਸ ਦਰੋਗੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਣਾ ਕੀਤੀ ਸੀ। ਤੇ ਇੱਧਰ ਸਮਾਂ ਲੰਘਦਾ ਗਿਆ, ਕਾਫੀ ਸਮਾਂ ਕਈ ਮਹੀਨੇ ਲੰਘ ਚੁੱਕੇ ਨੇ। ਸੰਗਤਾਂ ਬੜੀਆਂ ਬੇਬਲ ਹਨ, ਵਿਰਾਗ ਦੇ ਵਿੱਚ ਹਨ ਕਿ ਕਿਹੜਾ ਤਰੀਕਾ ਵਰਤੀਏ ਤਾਂ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਕਿਲੇ ਵਿੱਚੋਂ ਬਾਹਰ ਆ ਜਾਣ, ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਨ। ਇਤਿਹਾਸਕਾਰ ਲਿਖਦੇ ਨੇ ਕਿ ਸਭ ਤੋਂ ਵੱਡਾ ਹੱਥ ਜਿੱਥੇ ਗੁਰੂ ਕੀਆਂ ਸੰਗਤਾਂ ਆਪਣਾ ਨਿੱਤ ਦਾ ਨਿਯਮ ਨਿਭਾ ਕੇ ਆਪਣੇ ਘਰਾਂ ਵਿੱਚ ਬੈਠ ਕੇ ਅਰਦਾਸਾਂ ਬੇਨਤੀਆਂ ਕਰਦੀਆਂ ਸਨ, ਉੱਥੇ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਦੇ ਮਿੱਤਰ ਸਨ, ਸ਼ਰਧਾਲੂ ਸੀ, ਪੀਰ ਸਾਈਂ ਮੀਆਂ ਮੀਰ ਜੀ ਤੇ ਨੂਰ ਜਹਾਂ, ਜੋ ਜਹਾਂਗੀਰ ਦੀ ਬੇਗਮ ਸੀ। ਤੇ ਇਹਨਾਂ ਦਾ ਇਹ ਪੀਰ ਸਾਈਂ ਮੀਆਂ ਮੀਰ ਦੀ ਸ਼ਰਧਾਲੂ ਸੀ ਨੂਰ ਜਹਾਂ, ਤੇ ਉਹ ਜਿਹੜਾ ਪੀਰ ਸਾਈਂ ਮੀਆਂ ਮੀਰ ਦਾ ਬੜਾ ਅਸਰ ਰਸੂਖ ਸੀ ਇਸਲਾਮ ਦੇ ਵਿੱਚ। ਜਦੋਂ ਇਹ ਕਿਸੇ ਵੀ ਕੋਰਟ ਕਚਹਿਰੀ ਜਾਣਾ, ਬਾਦਸ਼ਾਹ ਦੇ ਦਰਬਾਰ ਜਾਣਾ ਤੇ ਲੋਕ ਉੱਠ ਕੇ ਸਲਾਮਾਂ ਕਰਦੇ ਹੁੰਦੇ ਸਨ, ਇੰਨਾ ਸਤਿਕਾਰ ਸੀ, ਕੋਈ ਰੋਕ ਨਹੀਂ ਸਕਦਾ ਸੀ। ਜਦੋਂ ਸਾਈਂ ਮੀਆਂ ਮੀਰ ਇਸ ਗੱਲ ਦੇ ਪਤਾ ਲੱਗਿਆ, ਨੂਰ ਜਹਾਂ ਨੂੰ ਕਹਿ ਕੇ ਸਾਈਂ ਮੀਆਂ ਮੀਰ ਜੀ ਨੇ ਉਸ ਸਮੇਂ ਜਹਾਂਗੀਰ ਬਾਦਸ਼ਾਹ ਨੂੰ ਸਮਝਾਇਆ ਕਿ ਪਹਿਲਾਂ ਤੇਰੇ ਉੱਤੇ ਤੁਹਮਤ ਲੱਗੀ ਹੈ ਕਿ ਤੈਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ ਹੈ। ਬੇਸ਼ੱਕ ਤੂੰ ਚੰਦੂ ਨੂੰ ਪਾਤਰ ਬਣਾਇਆ, ਚੰਦੂ ਨੂੰ ਅੱਗੇ ਕੀਤਾ ਹੈ, ਪਰ ਲੋਕ ਸਿਆਣੇ ਨੇ, ਲੋਕ ਜਾਣਦੇ ਨੇ ਕਿ ਇਹ ਸਰਕਾਰ ਸਾਰੀਆਂ ਇਹ ਜਿਹੜੀਆਂ ਬਾਦਸ਼ਾਹ ਦੀ ਸ਼ਰਾਰਤ ਹੈ, ਬਾਦਸ਼ਾਹ ਨੇ ਖਤਮ ਕਰਾਉਣਾ ਕੀਤਾ ਹੈ। ਹੁਣ ਤੂੰ ਹੋਰ ਵੱਡਾ ਪਾਪ ਕਰ ਰਿਹਾ ਹੈ। ਜੇ ਆਪਣਾ ਭਲਾ ਲੋਚਦਾ ਨਾ, ਭਲਾ ਲੋਚਦਾ ਤੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਸ ਕਿਲੇ ਦੇ ਵਿੱਚੋਂ ਰਿਹਾ ਕਰਨਾ ਕਰ। ਇਹ ਬਹੁਤ ਵੱਡਾ ਇਹਨਾਂ ਨੇ ਜ਼ੋਰ ਲਾਣਾ ਕੀਤਾ। ਇੱਧਰੋਂ ਇਹ ਵੀ ਲਿਖਦੇ ਨੇ, ਕਹਿੰਦੇ ਨੇ ਭਾਈ ਪੁਰਾਣਾ ਜੈਸੇ ਗੁਰੂ ਕੇ ਸਿੱਖ ਜਿਹੜੇ ਰਾਤ ਨੂੰ ਜਹਾਂਗੀਰ ਬਾਦਸ਼ਾਹ ਨੂੰ ਆ ਕੇ ਸੁਪਨੇ 'ਚ ਡਰਾਉਂਦੇ ਸ਼ੇਰ ਬਣ ਕੇ, ਤੇ ਉਦੋਂ ਇਹਦੇ ਮਨ 'ਚ ਡਰ ਪੈਦਾ ਹੋਇਆ, ਜਿਸ ਕਰਕੇ ਇਹਨੇ ਫਿਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਰਿਹਾਈ ਦੇ ਆਰਡਰ ਦੇਣਾ ਕੀਤੇ। ਪੱਤਰਕਾ ਭੇਜੀ ਹਰਦਾਸ ਦਰੋਗੇ ਕੋਲ ਕਿ ਗੁਰੂ ਹਰਗੋਬਿੰਦ ਸਾਹਿਬ ਬੜੇ ਸਤਿਕਾਰ ਦੇ ਨਾਲ ਸਾਡੇ ਕੋਲ ਭੇਜਿਆ, ਅੱਜ ਦਿੱਲੀ ਦੀ ਧਰਤੀ ਉੱਤੇ ਸਤਿਕਾਰ ਨਾਲ ਲੈ ਕੇ ਆਉਣਾ ਹੈ।
ਜਦੋਂ ਹਰਦਾਸ ਦਰੋਗੇ ਨੇ ਉਹ ਪੱਤਰਕਾ ਪੜ੍ਹੀ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੜੇ ਖੁਸ਼ ਹੋਏ, ਕਹਿਣ ਲੱਗੇ ਕਿ ਪਾਤਸ਼ਾਹ ਜੀ ਅੱਜ ਕਿਰਪਾ ਹੋਈ ਹੈ, ਆਪ ਜੀ ਕਿਲੇ ਚੋਂ ਬਾਹਰ ਜਾ ਰਹੇ ਹੋ। ਹੁਣ ਜਦੋਂ ਸਤਿਗੁਰੂ ਮਹਾਰਾਜ ਨੇ ਖਬਰ ਸੁਣੀ ਹੈ, ਜਿਹੜੇ ਰਾਜਪੂਤ ਰਾਜੇ ਬੈਠੇ ਹੋਏ ਸਨ ਉਹਨਾਂ ਦੇ ਚਿਹਰੇ ਉੱਤੇ ਉਦਾਸੀ ਛਾ ਗਈ, ਚਿਹਰੇ ਮੁਰਝਾ ਗਏ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਦੇ ਹਰਦਾਸ ਦਰੋਗੇ ਵੱਲ ਤੱਕਦੇ ਨੇ, ਕਦੇ ਉਹਨਾਂ ਰਾਜਪੂਤ ਰਾਜਿਆਂ ਵੱਲ ਤੱਕਦੇ ਨੇ। ਤੇ ਸਤਿਗੁਰੂ ਮਹਾਰਾਜ ਨੇ ਉਸ ਸਮੇਂ ਬਚਨ ਕੀਤੇ, ਕਹਿਣ ਲੱਗੇ ਇਹ ਜਿਹੜੇ ਰਾਜੇ ਸਨ, ਰਾਜਿਆਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਜਦੋਂ ਆਪ ਜੀ ਇੱਥੇ ਆਏ ਸਾਨੂੰ ਜਿਉਣ ਦੀ ਆਸ ਜਾਗੀ ਹੈ, ਤੇ ਸਤਿਗੁਰੂ ਹੁਣ ਤੁਸੀਂ ਇੱਥੋਂ ਚਲੇ ਜਾਵੋਗੇ ਤੇ ਸਾਡਾ ਫਿਰ ਜਿਹੜੀ ਹਾਲਤ ਹੈ ਪਹਿਲਾਂ ਵਾਲੀ ਹੋ ਜਾਵੇਗੀ, ਅਸੀਂ ਆਪਣੇ ਜੀਵਨ ਦਾ ਨਿਰਵਾਹ ਕਿਵੇਂ ਕਰਾਂਗੇ। ਹੇ ਚੋਜੀ ਪ੍ਰੀਤਮ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਜੇ ਆਪ ਜੀ ਪਾਤਸ਼ਾਹ ਜੀ ਬਾਹਰ ਜਾਣਾ ਚਾਹੁੰਦੇ ਹੋ, ਆਪ ਜੀ ਬਾਹਰ ਜਾ ਰਹੇ ਹੋ ਤੇ ਸਾਨੂੰ ਵੀ ਨਾਲ ਲੈ ਜਾਣਾ ਕਰੋ। ਤੇ ਆਮ ਤੌਰ ਤੇ 52 ਰਾਜਿਆਂ ਦਾ ਜ਼ਿਕਰ ਆਉਂਦਾ ਏ, ਪਰ ਇਤਿਹਾਸਕਾਰਾਂ ਮੁਤਾਬਕ ਕਹਿੰਦੇ ਨੇ 103 ਰਾਜੇ ਸੀ। ਜਿਹੜੇ 52 ਰਾਜੇ ਤਾਂ ਉਹ ਸੀ ਜਿਹੜੇ ਸਤਿਗੁਰੂ ਤੀਜਾ ਜਾਮਾ ਪਕੜ ਕੇ, ਕਲੀਆਂ ਪਕੜ ਕੇ ਬਾਹਰ ਨਿਕਲੇ ਸਨ। ਜਿਹੜੇ 51 ਰਾਜੇ ਹੋਰ ਸੀ ਉਹਨਾਂ ਨੂੰ ਗੁਰੂ ਸਵਾਰੇ ਬਾਦਸ਼ਾਹ ਜਹਾਂਗੀਰ ਨੂੰ ਕਹਿ ਕੇ ਸਤਿਗੁਰੂ ਨੇ ਛਡਾਣਾ ਕੀਤਾ ਸੀ, ਕਹਿ ਕੇ ਛਡਾਇਆ ਸੀ ਤੇ ਉਹ ਬਾਹਰ ਆਏ ਸਨ। ਤੇ ਇਸ ਤਰੀਕੇ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਸੁਣਿਆ ਤੇ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਬਚਨ ਕੀਤੇ, ਕਹਿਣ ਲੱਗੇ ਕਿ ਭਾਈ ਬਾਦਸ਼ਾਹ ਜਹਾਂਗੀਰ ਨੂੰ ਸਾਡਾ ਸੁਨੇਹਾ ਦੇ ਦਿਓ, ਅਸੀਂ ਇਕੱਲੇ ਨਹੀਂ ਬਾਹਰ ਜਾਣਾ, ਅਸੀਂ ਬਾਹਰ ਤਾਂ ਜਾਵਾਂਗੇ ਜੇਕਰ ਸਾਡੇ ਨਾਲ ਇਹਨਾਂ ਰਾਜਿਆਂ ਨੂੰ ਵੀ ਰਿਹਾ ਕੀਤਾ ਜਾਵੇ। ਹੁਣ ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ। ਹਰਦਾਸ ਦਰੋਗੀ ਨੇ ਪੱਤਰਕਾ ਲਿਖ ਕੇ ਜਹਾਂਗੀਰ ਬਾਦਸ਼ਾਹ ਤੱਕ ਭੇਜੀ ਹੈ। ਜਹਾਂਗੀਰ ਬਾਦਸ਼ਾਹ ਹੁਣ ਸੋਚਾਂ ਵਿੱਚ ਪਿਆ, ਕੀ ਕਰਾਂ। ਬੜੀਆਂ ਵਿਚਾਰਾਂ ਕਰਦਾ ਕਿ ਬੜੇ ਜੰਗ ਯੁੱਧ ਜਿੱਤ ਕੇ ਮੈਂ ਇਹਨਾਂ ਰਾਜਿਆਂ ਨੂੰ ਆਪਣੇ ਇਸ ਕੈਦਖਾਨੇ ਵਿੱਚ ਪਾਇਆ, ਜੇ ਮੈਂ ਇਹਨੂੰ ਛੱਡ ਦਿੱਤਾ ਇਹ ਬਾਗੀ ਹੋਣਗੇ। ਇਤਿਆਦਿਕ ਵਿਚਾਰਾਂ ਕੀਤੀਆਂ। ਫਿਰ ਅਖੀਰ ਤੇ ਕਹਿਣ ਲੱਗੇ ਕਿ ਜੇਕਰ ਮੈਂ ਇਹਨਾਂ ਰਾਜਿਆਂ ਨੂੰ ਛੱਡਦਾ, ਪੱਤਰਕਾ ਲਿਖੀ ਹੈ, ਜੇ ਮੈਂ ਰਾਜਿਆਂ ਨੂੰ ਛੱਡਦਾ ਇਹ ਬਾਗੀ ਹੋ ਜਾਣਗੇ। ਤੇ ਵਿੱਚ ਜਿਹੜਾ ਪੀ ਇਸ ਤਰ੍ਹਾਂ ਸਾਈਂ ਮੀਆਂ ਜੀ ਵਿੱਚ ਪਏ ਨੇ, ਕਹਿਣ ਲੱਗੇ ਜਿਹਦੀ ਜਾਮਣੀ ਸਤਿਗੁਰੂ ਲੈਂਦੇ ਨੇ ਨਾ ਉਹ ਕਦੇ ਬਾਗੀ ਨਹੀਂ ਹੋ ਸਕਦੇ ਹਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨਾਂ ਉੱਤੇ ਪਹਿਰਾ ਦੇਣਗੇ। ਤੇ ਗੁਰੂ ਸਵਾਰੇ ਫਿਰ ਇਹਨਾਂ ਉਸ ਸਮੇਂ ਬਿਉਂਤ ਬਣਾਈ, ਕਹਿਣ ਲੱਗੇ ਕਿ ਪਾਤਸ਼ਾਹ ਜਿੰਨੇ ਰਾਜੇ ਤੁਹਾਡੇ ਸਰੀਰ ਦੇ ਅੰਗ ਨੂੰ ਪਕੜ ਕੇ ਬਾਹਰ ਆ ਜਾਣਗੇ ਉਹ ਜਿਹੜੇ ਰਿਹਾ ਹੋ ਜਾਣਗੇ, ਅੰਦਰ ਰਹਿ ਗਏ ਉਹ ਇਸੇ ਤਰ੍ਹਾਂ ਉਹ ਕੈਦੀ ਰਹਿਣਗੇ, ਉਹਨੂੰ ਕੋਈ ਛੁਡਾ ਨਹੀਂ ਸਕਦਾ ਹੈ। ਤੇ ਗੁਰੂ ਸਵਾਰੇ ਕਹਿੰਦੇ ਫਿਰ ਇਹ ਖਬਰ ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੱਕ ਪਹੁੰਚੀ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਦੋਂ ਉਹ ਪੱਤਰਕਾ ਪੜ੍ਹੀ ਤੇ ਸਤਿਗੁਰੂ ਮਹਾਰਾਜ ਦੀ ਉਹ ਸਾਰਿਆਂ ਨੂੰ ਪੜ੍ਹ ਕੇ ਸੁਣਾਈ ਗਈ। ਰਾਜੇ ਸੁਣਦੇ ਨੇ ਤੇ ਰਾਜੇ ਫਿਰ ਉਦਾਸ ਨੇ ਕਿ ਪਾਤਸ਼ਾਹ ਜੀ ਕਿੰਨੇ ਕੁ ਆਪ ਦੇ ਸਰੀਰ ਨੂੰ ਪਕੜ ਲੈਣਗੇ, 5 10 15 20 ਇਸ ਤੋਂ ਵੱਧ ਨਹੀਂ ਪਕੜ ਸਕਦੇ ਹਨ। ਤੇ ਸਤਿਗੁਰੂ ਅਤੇ ਜੇਕਰ ਕੁਝ ਕੁ ਚਲੇ ਗਏ ਬਾਕੀ ਅੰਦਰ ਰਹਿ ਗਏ, ਬਾਕੀਆਂ ਦਾ ਜੀਵਨ ਕਿਵੇਂ ਹੋਵੇਗਾ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਚਨ ਕੀਤੇ, ਕਹਿਣ ਲੱਗੇ ਕਿ ਭਾਈ ਜਿੰਨੇ ਵੀ ਅੰਦਰ ਨੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਜਾਵਾਂਗੇ। ਪਰ ਇਤਿਹਾਸਕਾਰ ਲਿਖਦੇ ਕਹਿੰਦੇ ਉਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 52 ਕਲੀਆਂ ਵਾਲਾ ਚੋਲਾ, ਜੋ ਅੱਜ ਵੀ ਇੱਥੇ ਗੁਰਦੁਆਰਾ ਕਢਾਣੀ ਜਿਹੜਾ ਹੈ ਚੋਲਾ ਸਾਹਿਬ ਸਥਾਨ ਬਣਿਆ ਹੋਇਆ, ਕਢਾਣੀ ਕਲਾ ਇਹ ਅਸਥਾਨ ਹੈ ਰਾੜਾ ਸਾਹਿਬ ਦੇ ਕੋਲ। 6ਵੇਂ ਪਾਤਸ਼ਾਹ ਮਹਾਰਾਜ ਦੇ ਇੱਥੇ ਮੁਬਾਰਕ ਚਰਨ ਪਏ ਨੇ ਤੇ ਉੱਥੇ ਅੱਜ ਵੀ ਉਹ ਚੋਲਾ ਅੱਜ ਵੀ ਜਾਮਾ ਪਿਆ ਹੋਇਆ ਹੈ। 52 ਕਲੀਆਂ ਵਾਲਾ ਚੋਲਾ ਸਤਿਗੁਰੂ ਜੀ ਨੇ ਤਿਆਰ ਕਰਵਾਇਆ। ਕੱਲੇ ਕੱਲੇ ਰਾਜ ਨੂੰ ਇੱਕ ਇੱਕ ਕਲੀ ਪਕੜਾਣਾ ਕੀਤੀ ਤੇ ਦੋਵਾਂ ਨੇ ਗੁਰੂ ਸਤਿਗੁਰੂ ਦੀਆਂ ਬਾਹਾਂ ਪਕੜੀਆਂ ਨੇ। ਇਸ ਤਰ੍ਹਾਂ ਗੁਰੂ ਸਵਾਰਿਓ
किले के अगे बहुत सारा संगत का इकट्ठ है, बड़ा भारी इकट्ठ संगत का। उत्थे संगतां गुरु गुरु जपदियां ये इच्छा कर मन च इच्छा रखी हुई है कि इत्थों सतगुरु महाराज जो इस किले का दरवाज़ा खुलेगा, इस किले दे विचों सतगुरु बाहर आणगे, असीं गुरु साहिबान दे दर्शन दीदारे करांगे। क्योंकि संगत के अंदर नेह है, प्रेम है गुरु के प्रति। तन मन होए निहाल जागुर देखा सामने, अंदर सच्चा नेहो लाया प्रीतम आपणे। तन मन होए निहाल जागुर देखा सामने। तो इस तरह सारे एक ताक दे विच ने। कदों वो भला समा आवे कि जो सतगुरु बाहर आउण ते असीं पातशाह दे दर्शन दीदारे करिए। हुण जदों गुरु सारे कल्ले कल्ले राजे नूं एक कली पकड़ाई गई तो पातशाह जी फिर उस किले चों बाहर निकले। हरदास दरोगे ने, उत्थों दे अंदर दे सिपाहियां ने, ये सारा कौतक अपने नेत्रां नाल देखिया। हरदास दरोगा गदगद होया है। कहते जदों किले का दरवाज़ा खुलिया, उस दरवाजे के राही सतगुरु जो बाहर निकले ने ना, तो उदों जिथे सतगुरां दे नाम नाल पहलां ये शब्द वरते जाते सन कि बड़े बड़ जोधा वो परोपकारी सतगुरु जी हैं, मीरी पीरी दे मालक हैं, तख्तो ताज दे मालक हैं। तो उत्थे अज एक नाम होर पै गया कि सतगुर बंदी छोड़ है, जीवन मुक्त करे अरीना। ये सतगुर दा बंदी छोड़ दाता पै गया नाम गुरु सवारे। इस तरह संगतां सतगुर बंदी छोड़ दाता आखण लग पईयां। संगतां ने सतगुर दे दर्शन दीदारे कीते, गदगद होईयां ते गुरु साहिबान दे किले दे बाहर ही दीवान सज गए। क्योंकि काफ़ी लंबे समय बाद पातशाह जी किले विचों बाहर आए सन। संगतां बेबल सन, बड़ा भारी संगत का इकट्ठ। ते किले दे बाहर ही पातशाह ने अपने दीवान सजा ले, संगतां नूं दर्शन दीदारे दिते, संगतां नूं पावन उपदेश बख्शिश कीता। देखो गुरु सर एक बेनती करते हैं, किहड़े ये 52 राजपूत राजे सन, ये वो राजे सन जदों आपां 10वें पातशाह धन गुरु गोबिंद सिंह महाराज का इतिहास पढ़ते हैं। 22 धार दे राजियां दे नाल गुरु गोबिंद सिंह महाराज का जंग होया ते जंगां युद्धां विच जित प्राप्त कीती। यही 22 धार दे राजे जिहड़े गदार निकले, जिन्हां ने उस समय औरंगजेब नाल संधि करके सतगुरां उत्ते हमला किया। जे सतगुरु नूं आनंदपुर साहिब का नगर तां छड्डना पिया क्योंकि ये बार बार जिहड़े बादशाह कोल जाके सतगुर दीयां शिकायतां करदे, सैना नूं चढ़ाई करके लैके आउंदे सन। ये राजपूत जिहड़े राजे सन, राजा भीम चंद दे सहित इन्हां दे विचों गुरु सवारे इन्हां दे जिहड़े बाप दादे उस किले की कैद विच सन, गवालीयर के किले की कैद विच। राजा भीम चंद दा दादा सी तारा चंद। तारा चंद राजा गवालीयर के किले विच कैद सी। गुरु हरगोबिंद साहब महाराज दा वो जामा पकड़ के, कली पकड़ के वो बाहर निकलिया सी। राजा तारा चंद दा गुरु पातशाह दा श्रद्धालु सी। अगे राजा दीप चंद भी श्रद्धालु रहा, पर भीम चंद ने ईरखा बस होके गुरु नानक दे घर नाल मत्था लाया ते गुरु साहब अंत वेले खत्म होया। रहिंदी दुनिया तक उन्होंने लाणतां पैंदियां रहणगीਆਂ। देखो ये ने अकिरत कण लोग। एक पासे गुरु ने परोपकार किया, जिथे जीवन की आस नहीं सी उत्थों सतगुरु जी ने बंधना तो मुक्त किया, छुटकारा कराया सतगुरु जी ने। अग उन्हों की अंश वंश के विचों ही ते गुरु सवारे उन्होंने सतगुरु नाल दगा किया। देखो किन्ने कूपा सियाणे ने। इहो जे लोकां नूं अकिरत घाण का दर्जा गुरबाणी देना कीता। जिहड़ा किसी के कीते हुए परोपकार नूं भुला देवे ना, उहनूं आख्या जांदा किरत घाण। ते गुरु हरगोबिंद साहब महाराज ने संगत नूं उपदेश बख्शिश किया। उत्थों सतगुरु महाराज फिर दिल्ली वाल नूं सतगुरु चाले पाए। जो सतगुरु तुरन लगे तो हरदास दरोगे ने सतगुरु के चरण पकड़ते, सतगुरु के चरण पकड़े, बराग विच आके बेनती करन लग्या, हंझुआं नाल चरण धो दिते
ਤੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਆਪ ਜੀ ਬਖਸ਼ਿਸ਼ ਕਰੋ, ਰਹਿਮਤ ਕਰੋ, ਆਪ ਜੀ ਮੇਰੇ ਗ੍ਰਹਿ ਵਿਖੇ ਮੁਬਾਰਕ ਚਰਨ ਪਾਣਾ ਕਰੋ। ਇਤਿਹਾਸ ਇਹ ਵੀ ਦੱਸਦਾ ਕਿ ਸਤਿਗੁਰੂ ਮਹਾਰਾਜ ਦਿੱਲੀ ਜਾਣ ਤੋਂ ਪਹਿਲਾਂ ਹਰਦਾਸ ਦਰੋਗੇ ਦੇ ਘਰ ਗਏ, ਹਰਦਾਸ ਦਰੋਗੇ ਦੇ ਪਰਿਵਾਰ ਨੂੰ ਨਿਵਾਜਣਾ ਕੀਤਾ, ਬਖਸ਼ਿਸ਼ਾਂ ਕੀਤੀਆਂ। ਫਿਰ ਉੱਥੇ ਸਤਿਗੁਰੂ ਜੀ ਨੇ ਕੁਝ ਕੁ ਦਿਨ ਉੱਥੇ ਬਤੀਤ ਕਰਕੇ ਤੇ ਪਾਤਸ਼ਾਹ ਨੇ ਫਿਰ ਅੱਗੇ ਚਾਲੇ ਪਾਏ ਸਨ। ਹਰਦਾਸ ਦਰੋਗਾ ਸਤਿਗੁਰ ਦਾ ਸ਼ਰਧਾਲੂ ਮਨ ਕਰਕੇ ਸਿੱਖ ਬਣ ਗਏ। ਇੱਕ ਹੁੰਦਾ ਤਨ ਕਰਕੇ ਸਿੱਖ ਬਣਨਾ, ਇੱਕ ਹੁੰਦਾ ਮਨ ਕਰਕੇ ਸਿੱਖ ਬਣਨਾ। ਤਨ ਕਰਕੇ ਆਪਾਂ ਸਾਰੇ ਬਣੇ ਮਾਫ ਕਰਨਾ, ਮਨ ਕਰਕੇ ਬੜੇ ਥੋੜ੍ਹੇ ਨੇ। ਜਿਹੜੇ ਮਨ ਕਰਕੇ ਸਿੱਖ ਬਣੇ ਨੇ ਨਾ, ਉਹ ਗੁਰੂ ਦੇ ਦਰ ਤੇ ਪ੍ਰਵਾਨ ਨੇ। ਜੇ ਤਾਂ ਬੇਨਤੀ ਕਰਿਆ ਕਰੋ ਪਾਤਸ਼ਾਹ ਦੇ ਚਰਨਾਂ ਕਿ ਪਾਤਸ਼ਾਹ ਜੀ ਆਪ ਜੀ ਨੇ ਤਨ ਕਰਕੇ ਤਾਂ ਸਾਨੂੰ ਆਪਣੇ ਸਿੱਖ ਬਣਾ ਲਿਆ, ਕਿਰਪਾ ਕਰੋ ਸਾਨੂੰ ਮਨ ਕਰਕੇ ਸਿੱਖ ਬਣਾਉਣਾ ਕਰੋ, ਤਾਂ ਕਿ ਮਨ ਕਰਕੇ ਅਸੀਂ ਆਪ ਜੀ ਦੀ ਬਾਣੀ ਪੜ੍ਹ ਸਕੀਏ, ਮਨ ਕਰਕੇ ਸੰਗਤ ਕਰ ਸਕੀਏ, ਮਨ ਕਰਕੇ ਸੇਵਾ ਸਿਮਰਨ ਕਰ ਸਕੀਏ, ਤਾਂ ਕਿ ਸਾਡਾ ਜਿਹੜਾ ਜੀਵਨ ਹੈ ਇਹ ਸਫਲਾ ਹੋ ਜਾਵੇ। ਹੁਣ ਹਰਦਾਸ ਦਰੋਗਾ ਗੁਰੂ ਸਵਾਰੇ ਮਨ ਕਰਕੇ ਗੁਰੂ ਦਾ ਸਿੱਖ ਬਣ ਗਿਆ। ਕਈ ਇਤਿਹਾਸਕਾਰ ਵੀ ਲਿਖਦੇ ਨੇ, ਕਹਿੰਦੇ ਉਦੋਂ ਨੇ ਚਾਕਰੀ ਛੱਡ ਦਿੱਤੀ, ਚਾਕਰੀ ਛੱਡਣ ਉਪਰੰਤ ਇਹ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਪਹੁੰਚ ਗਿਆ ਤੇ ਸਤਿਗੁਰ ਦੀ ਟਹਿਲ ਸੇਵਾ ਵਿੱਚ ਹਾਜ਼ਰ ਹੋ ਗਿਆ, ਗੁਰੂ ਕਾ ਸਿੱਖ ਬਣ ਗਿਆ। ਗੁਰੂ ਨਾਨਕ ਦੇ ਘਰ ਵਿੱਚ ਜਿੱਥੇ ਸਾਡੇ ਤਾਂ ਗੁਰੂ ਪਾਤਸ਼ਾਹ ਜੀ ਹੈ ਹੀ ਹਨ, ਸਿੱਖਾਂ ਦੇ ਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ 10 ਪਾਤਸ਼ਾਹੀਆਂ, ਬਹੁਤ ਸਾਰੇ ਸਰੀਰ ਐਸੇ ਵੀ ਸਨ ਜਿਹੜੇ ਇਸਲਾਮ ਨੂੰ ਮੰਨਣ ਵਾਲੇ ਸਨ, ਜਿਹੜੇ ਗੁਰੂ ਘਰ ਉੱਤੇ ਅਥਾਹ ਸ਼ਰਧਾ ਭਾਵ ਰੱਖਣ ਵਾਲੇ, ਪੀਰ ਸਾਈਂ ਮੀਆਂ ਮੀਰ ਜੈਸੇ, ਜਿਨ੍ਹਾਂ ਨੇ ਗੁਰੂ ਸਵਾਰੇ ਲਿਬਾਸ ਜਿਹੜਾ ਸੀ ਮੁਸਲਮਾਨ ਵਾਲਾ, ਪਰ ਅੰਦਰ ਗੁਰੂ ਨਾਨਕ ਦੇ ਘਰ ਦੀ ਸਿੱਖੀ, ਜਿਸ ਸਥਾਨ ਦੇ ਆਪਾਂ ਦਰਸ਼ਨ ਦਾਰੇ ਕਰਨ ਦਿੱਤਾ ਪ੍ਰਤੀ। ਭਾਈ ਗਨੀ ਖਾਂ ਨਬੀ ਖਾਂ ਕੌਣ ਸੀ? ਮੁਸਲਮਾਨ ਸੀ ਨਾ, ਪਰ ਗੁਰੂ ਦੇ ਪ੍ਰਤੀ ਸ਼ਰਧਾ ਸੀ, ਭਾਵਨਾ ਸੀ। ਉਹ ਔਖੇ ਸਮੇਂ ਵੇਲੇ, ਉਹ ਸਮਾਂ ਸੀ ਜਦੋਂ ਜਿਹੜੇ ਗੁਰੂ ਘਰ ਦੇ ਮਸਾਨ ਸਨ, ਪੂਰਨ ਚੰਦ ਜੈਸੇ, ਜਿਨ੍ਹਾਂ ਨੇ ਗੁਰੂ ਸਾਰੇ ਗੁਰੂ ਪਾਤਸ਼ਾਹ ਨੂੰ ਦੇਖ ਕੇ ਆਪਣੇ ਘਰ ਦੇ ਦਰਵਾਜ਼ੇ ਨਹੀਂ ਖੋਲ੍ਹੇ ਸਨ, ਬੰਦ ਕਰ ਦਿੱਤੇ ਸਨ, ਕਿ ਜੇ ਸਤਿਗੁਰੂ ਸਾਡੇ ਘਰ ਆ ਕਿਤੇ ਇਹ ਨਾ ਹੋਵੇ ਕਿ ਸਾਡੇ ਪਰਿਵਾਰ ਨੂੰ ਖਤਮ ਕਰ, ਇਹ ਜ਼ਾਲਮ ਸਰਕਾਰ ਸਾਡੇ ਪਰਿਵਾਰ ਨੂੰ ਖਤਮ ਨਾ ਕਰ ਦੇਵੇ। ਸਾਰੀ ਜ਼ਿੰਦਗੀ ਗੁਰੂ ਘਰ ਦੇ ਨਾਮ ਤੇ ਖਾਣਾ ਕੀਤਾ, ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਘਰ ਚੱਲਦਾ ਸੀ। ਬਿਪਤਾ ਪਈ ਤੇ ਮਾਫ ਕਰਨਾ। ਕਈਆਂ ਨੇ ਜਿਹੜੇ ਸਿੱਖ ਸਨ, ਜਿਹੜੇ ਸਤਿਗੁਰ ਦੇ ਕੋਲ ਰਹਿਣ ਵਾਲੇ ਸਨ, ਗੁਰੂ ਘਰ ਚੋਂ ਖਾਂਦੇ ਸਨ, ਉਹਨਾਂ ਨੇ ਗੁਰੂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਸੀ, ਦਰਵਾਜ਼ੇ ਬੰਦ ਕੀਤੇ ਸਨ। ਪਰ ਗਨੀ ਖਾਂ ਨਬੀ ਖਾਂ ਨੇ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਆਪਾਂ ਇਤਿਹਾਸ ਪੜ੍ਹਦੇ ਹਾਂ ਨਾ ਕਿ ਗੁਲਾਬੇ ਪੰਜਾਬੇ ਨੇ ਜਦੋਂ ਆਪਣੇ ਚੁਬਾਰੇ 'ਚ ਲੈ ਕੇ ਗਏ ਸਨ, ਪਹਿਲੇ ਦਿਨ ਤਾਂ ਸਤਿਗੁਰੂ ਰੱਖਿਆ, ਤੇ ਦੂਜੇ ਦਿਨ ਫਿਰ ਜਦੋਂ ਹਕੂਮਤ ਜਿਹੜੀ ਇਹ ਸਿਪਾਹੀ ਫਿਰਦੇ ਨੇ, ਉਹ ਇਸ ਤਰ੍ਹਾਂ ਹੋਕਾ ਦੇ ਰਹੇ ਨੇ, ਕਹਿੰਦੇ ਜਿਸ ਨੇ ਵੀ ਗੁਰੂ ਗੋਬਿੰਦ ਸਿੰਘ ਆਪਣੇ ਘਰ 'ਚ ਪਨਾਹ ਦਿੱਤੀ ਹੈ, ਜੇ ਹਕੂਮਤ ਨੂੰ ਪਤਾ ਲੱਗਿਆ ਉਹਨੂੰ ਉਹਦੇ ਪਰਿਵਾਰ ਦੇ ਸਹਿਤ ਖਤਮ ਕੀਤਾ ਜਾਵੇਗਾ। ਫਿਰ ਇਹ ਗੁਲਾਬੇ ਨੇ ਹੀ ਆਖਿਆ ਸੀ ਕਿ ਪਾਤਸ਼ਾਹ ਜੀ ਆਪ ਜੀ ਮੇਰਾ ਘਰ ਛੱਡ ਕੇ ਚਲੇ ਜਾਓ। ਇੱਧਰੋਂ ਦਰਵਾਜ਼ੇ ਬੰਦ ਹੋਏ, ਉੱਧਰੋਂ ਗਨੀ ਖਾਂ ਨਬੀ ਖਾਂ ਨੇ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਕਿ ਪਾਤਸ਼ਾਹ ਜੀ ਇਹ ਅਸੀਂ ਆਪ ਜੀ ਦੇ, ਇਹ ਘਰ ਆਪ ਜੀ ਦਾ, ਆਪ ਜੀ ਦੀ ਕਿਰਪਾ ਨਾਲ ਪਾਤਸ਼ਾਹ ਸਾਡੇ ਘਰ ਦਾ ਗੁਜਰਾਨ ਚੱਲਦਾ ਹੈ। ਤੇ ਗੁਰੂ ਸਵਾਰੇ ਉਹ ਕਹਿਣ ਦਾ ਭਾਵ ਹੈ ਕਿ ਇਹ ਹੈ ਜਿੱਥੇ ਲਿਬਾਸ ਸੀ ਮੁਸਲਮਾਨ ਦਾ ਭੇਖ ਸੀ, ਪਰ ਸਿੱਖੀ ਅੰਦਰ ਗੁਰੂ ਨਾਨਕ ਦੀ ਸੀ। ਮਨ ਕਰਕੇ ਗੁਰੂ ਦੇ ਸਿੱਖ ਬਣੇ ਹੋਏ ਸਨ, ਤੇ ਗੁਰੂ ਨਾਨਕ ਦੇ ਸਿੱਖ ਬਣ ਕੇ ਉਹਨਾਂ ਨੇ ਫਿਰ ਸਿੱਖੀ ਨੂੰ ਕਮਾਣਾ ਕੀਤਾ, ਗੁਰੂ ਦੇ ਬਚਨਾਂ ਉੱਤੇ ਪਹਿਰਾ ਦਿੱਤਾ। ਤੇ ਅੱਜ ਹਰਦਾਸ ਦਰੋਗਾ ਵੀ ਮਨ ਕਰਕੇ ਗੁਰੂ ਦਾ ਸਿੱਖ ਬਣ ਗਏ ਆ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਿੱਲੀ ਪਹੁੰਚੇ ਨੇ, ਮਜਨੂ ਕਾ ਟਿੱਲਾ ਅਸਥਾਨ ਹੈ, ਉੱਥੇ ਸਤਿਗੁਰ ਦਾ ਡੇਰਾ ਲੱਗਿਆ। ਜਹਾਂਗੀਰ ਬਾਦਸ਼ਾਹ ਦੀ ਕਚਹਿਰੀ ਸਜੀ, ਬੜੇ ਸਤਿਕਾਰ ਨਾਲ ਸਤਿਗੁਰੂ ਜੀ ਨੂੰ ਆਪਣੇ ਕਚਹਿਰੀ ਵਿੱਚ, ਆਪਣੇ ਮਹਿਲਾਂ ਵਿੱਚ ਲੈ ਕੇ ਗਿਆ, ਤੇ ਉੱਥੇ ਵਾਰਤਾਲਾਪ ਹੋਈ ਹੈ।
ਤੇ ਸਤਿਗੁਰ ਦਾ ਧੰਨਵਾਦ ਕੀਤਾ ਕਿ ਪਾਤਸ਼ਾਹ ਆਪ ਜੀ ਨੇ ਮੇਰੀ ਖਾਤਰ ਗਵਾਲੀਅਰ ਦੇ ਕਿਲ੍ਹੇ ਜਾਣਾ ਕੀਤਾ। ਤੇ ਉਦੋਂ ਫਿਰ ਗੁਰੂ ਸਵਾਰੇ ਇੱਥੇ ਸਤਿਗੁਰੂ ਮਹਾਰਾਜ ਜੀ ਫਿਰ ਜਦੋਂ ਅੰਮ੍ਰਿਤਸਰੋਂ ਚਾਲੇ ਪਾਉਣ ਲੱਗੇ ਨਾ, ਇੱਥੇ ਫਿਰ ਪੰਜਵੇਂ ਪਾਤਸ਼ਾਹ ਸ਼ਹੀਦੀ ਦੀ ਗੱਲ ਚੱਲੀ ਹੈ, ਸ਼ਹੀਦੀ ਦੀ ਗੱਲ ਚੱਲੀ ਹੈ। ਤੇ ਚੰਦੂ ਨੂੰ ਫਿਰ ਸਤਿਗੁਰਾਂ ਦੇ ਹਵਾਲੇ ਕੀਤਾ ਗਿਆ। ਚੰਦੂ ਇਨਕਾਰੀ ਹੋਇਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਉਹ ਦੋਨੋਂ ਪੱਤਰਕਾ ਜੋ ਹਰਦਾਸ ਦਰੋਗੇ ਦੇ ਕੋਲ ਸਨ, ਜਿਹੜੀਆਂ ਇੱਕ ਉੱਤੇ ਲਿਖਿਆ ਸੀ ਕਿ ਪਾਤਸ਼ਾਹ ਦੇ ਭੋਜਨ 'ਚ ਜ਼ਹਿਰ ਮਿਲਾਣਾ ਕਰ, ਪਾਤਸ਼ਾਹ ਨੂੰ ਖਤਮ ਕਰ। ਦੂਜੇ ਉੱਤੇ ਇਹ ਲਿਖਿਆ ਸੀ ਕਿ ਮੈਂ ਤੈਨੂੰ ਪੋਸ਼ਾਕ ਭੇਜ ਰਿਹਾ ਹਾਂ, ਇਹ ਪੋਸ਼ਾਕ ਨੂੰ ਜ਼ਹਿਰ ਲੱਗਿਆ ਹੋਇਆ ਹੈ, ਇਹ ਪੋਸ਼ਾਕ ਸਤਿਗੁਰ ਨੂੰ ਪਹਿਨਾਣਾ ਕਰ ਤੇ ਪਹਿਨਦਿਆਂ ਸਾਰ ਸਤਿਗੁਰ ਦੀ ਮੌਤ ਹੋ ਜਾਵੇਗੀ। ਇਹ ਸਾਰਾ ਬਾਜ ਉਗੜਿਆ ਤੇ ਚੰਦੂ ਨੂੰ ਸਤਿਗੁਰਾਂ ਦੇ ਹਵਾਲੇ ਕੀਤਾ ਗਿਆ। ਤੇ ਜਦੋਂ ਚੰਦੂ ਨੂੰ ਹਵਾਲੇ ਕੀਤਾ ਗਿਆ ਤੇ ਪਾਤਸ਼ਾਹ ਮਹਾਰਾਜ ਉਸ ਸਮੇਂ ਫਿਰ ਗੁਰੂ ਸਵਾਰਿਓ ਚੰਦੂ ਦੇ ਨਕੇਲ ਪਾ ਕੇ ਇਹਨੂੰ ਇਸ ਤਰ੍ਹਾਂ ਦਿੱਲੀ ਤੋਂ ਚਾਲੇ ਪਾਏ ਨੇ ਤੇ ਅੰਮ੍ਰਿਤਸਰ ਵੱਲੋਂ ਆ ਰਹੇ ਨੇ। ਤੇ ਰਸਤੇ ਵਿੱਚ ਜਦੋਂ ਚੰਦੂ ਦੇਖਦਾ ਤੇ ਸਿੱਖ ਦੇਖਦੇ ਨੇ, ਗੁੱਸੇ ਵਿੱਚ ਆ ਕੇ ਇਹਨੂੰ ਗੁਰੂ ਸਰੇ ਇਸ ਤਰ੍ਹਾਂ ਲਾਹਣਤਾਂ ਪਾਉਂਦੇ ਨੇ, ਕੋਈ ਚੱਪਲਾਂ ਮਾਰ ਜੁੱਤੀਆਂ ਮਾਰਦੇ ਹਨ। ਇੰਜ ਗੁਰੂ ਸਵਾਰਿਓ ਫਿਰ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਸਨ। ਜਦੋਂ ਪਾਤਸ਼ਾਹ ਦਾ ਆਗਮਨ ਹੋਇਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਆਗਮਨ ਹੋਇਆ ਤੇ ਉਦੋਂ ਫਿਰ ਜਿਹੜੇ ਸਿੱਖਾਂ ਨੇ ਘਿਓ ਦੇ ਦੀਵੇ ਜਗਾਣਾ ਕੀਤੇ ਸਨ, ਦੀਪਮਾਲਾ ਕੀਤੀ, ਖੁਸ਼ੀ ਮਨਾਈ ਗਈ ਕਿ ਉਦੋਂ ਫਿਰ ਸਤਿਗੁਰ ਜੀ ਦਾ ਬੰਦੀ ਛੋੜ ਦਾਤਾ ਨਾਮ ਪਿਆ ਤੇ ਅੱਜ ਆਪਾਂ ਬੰਦੀ ਛੋੜ ਦਿਵਸ ਦਿਹਾੜਾ ਮਨਾ ਰਹੇ ਹਾਂ। ਤੇ ਚੰਦੂ ਦੇ ਕੀਤੇ ਦੀ ਜਿਹੜੀ ਸਜ਼ਾ ਸੀ ਲਾਹੌਰ ਦੀ ਧਰਤੀ 'ਤੇ ਮਿਲੀ। ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਚੰਦੂ ਨੂੰ ਫੇਰਿਆ ਜਾ ਰਿਹਾ ਤੇ ਜਦੋਂ ਇਹਦੇ ਗਲ 'ਚ ਜੁੱਤੀਆਂ ਦਾ ਹਾਰ ਪਾਇਆ, ਇਤਿਹਾਸਕਾਰ ਲਿਖਦੇ ਨੇ ਗੁਰਦੱਤਾ ਜਿਹੜਾ ਭੜਭੁੰਜਾ ਸੀ ਦਾਣੇ ਭੁੰਨਣ ਵਾਲਾ, ਉਹਦੇ ਕੋਲ ਜਦੋਂ ਉਹਦੇ ਕੋਲੋਂ ਦੀ ਲੰਘਣ ਲੱਗਿਆ ਉਹਨੂੰ ਉਹ ਯਾਦ ਆਇਆ ਕਿ ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਤੱਤੀ ਤਵੀ ਉੱਤੇ ਬੈਠੇ ਸਨ, ਇਸ ਜ਼ਾਲਮ ਨੇ ਜਬਰੀ ਮੇਰੇ ਪਾਸੋਂ ਤੱਤਾ ਰੇਤ ਪਵਾਇਆ ਸੀ। ਮੈਂ ਇਨਕਾਰ ਕਰਦਾ ਸੀ ਤੇ ਮੈਨੂੰ ਫਿਰ ਇਹ ਤਾੜਨਾ ਕਰਕੇ ਡਰਾ ਧਮਕਾ ਕੇ ਮੇਰੇ ਪਾਸੋਂ ਇਹ ਵੱਡਾ ਕੁਕਰਮ ਪਾਪ ਕਰਵਾਇਆ। ਤੇ ਜਿਸ ਕੜਛੇ ਨਾਲ ਭਰ ਕੇ ਗੁਰੂ ਅਰਜਨ ਦੇ ਮਾਰਾ ਤੱਤਾ ਰੇਤ ਪਾਇਆ ਸੀ ਨਾ, ਉਹਨੇ ਗੁੱਸੇ ਵਿੱਚ ਆ ਕੇ ਉਹੀ ਕੜਛਾ ਚੰਦੂ ਦੇ ਸਿਰ 'ਚ ਮਾਰਨਾ ਕੀਤਾ ਸੀ, ਜਿਸ ਕਰਕੇ ਚੰਦੂ ਦੀ ਫਿਰ ਮੌਤ ਹੋ ਗਈ ਸੀ। ਗੁਰੂ ਸਵਾਰੇ ਜਿਹੋ ਜਿਹਾ ਕੋਈ ਕਰਮ ਕਰਦਾ ਉਹੋ ਜਿਹਾ ਅੱਗੋਂ ਫਲ ਭੋਗਣਾ ਪੈਂਦਾ ਏ। ਤੇ ਗੁਰੂ ਸਵਾਰ ਜਿੱਥੇ ਆਪਾਂ ਬੰਦੀ ਛੋੜ ਇਹ ਦਿਵਸ ਦਿਹਾੜਾ ਦੀਵਾਲੀ ਆਪਾਂ ਮਨਾ ਰਹੇ ਹਾਂ, ਉੱਥੇ ਇਸ ਦੀਵਾਲੀ ਦਾ ਗੁਰੂ ਘਰ ਨਾਲ ਬਹੁਤ ਵੱਡਾ ਸੰਬੰਧ ਹੈ। ਕਿਉਂਕਿ ਆਪਣੇ ਵਿੱਚੋਂ ਜਦੋਂ ਆਪਾਂ ਅਰਦਾਸ ਕਰਦੇ ਹਾਂ ਨਾ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ, ਬੰਦ ਕਟਾਏ ਖੋਪਰੀਆਂ ਲੁਹਾਈਆਂ। ਜਦੋਂ ਬੰਦ ਕਟਾਉਣ ਦੀ ਗੱਲ ਆਉਂਦੀ ਨਾ ਤੇ ਭਾਈ ਮਣੀ ਸਿੰਘ ਦਾ ਚਿਹਰਾ ਸਾਹਮਣੇ ਆ ਜਾਂਦਾ। ਭਾਈ ਮਣੀ ਸਿੰਘ ਜੀ, ਉਹਨਾਂ ਨੂੰ ਬੰਦ ਕਿਉਂ ਕਟਾਉਣਾ ਪਿਆ, ਕੀ ਕਾਰਨ ਸੀ? ਇਹ ਵੀ ਦੀਵਾਲੀ ਦਾ ਦਿਹਾੜਾ ਬੰਦੀ ਛੋੜ ਦਿਵਸ ਦਿਹਾੜੇ ਦੀ ਘਟਨਾ ਹੈ। 1733 ਦੀ ਘਟਨਾ ਗੁਰੂ ਸਵਾਰੇ। 33 ਦੇ ਵਿੱਚ ਜ਼ਕਰੀਆ ਖਾਨ ਦੇ ਕੋਲ ਉਸ ਸਮੇਂ ਭਾਈ ਮਣੀ ਸਿੰਘ ਨੇ ਜਾ ਕੇ ਅਰਜ਼ ਕੀਤੀ, ਕਿਉਂਕਿ ਜਦੋਂ ਸਿੱਖ ਜਦੋਂ ਵਿਸਾਖੀ ਦਾ ਦਿਹਾੜਾ ਹੁੰਦਾ ਸੀ, ਦੀਵਾਲੀ ਹੁੰਦੀ ਸੀ, ਬੰਦੀ ਛੋੜ ਦਿਵਸ, ਸਿੱਖ ਉਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਅਕਾਲ ਤਖਤ ਸਾਹਿਬ ਵਿਖੇ ਤੇ ਸਰਬੱਤ ਖਾਲਸਾ ਸਾਦੇ ਹੁੰਦੇ ਸਨ। ਸਿੱਖ ਜਿਹੜੇ ਜੰਗਲਾਂ 'ਚ ਰਹਿਣਾ, ਘੋੜੀਆਂ ਦੀਆਂ ਕਾਠੀਆਂ ਉੱਤੇ ਰਾਤਾਂ ਬਤੀਤ ਕਰਨੀਆਂ, ਤੇ ਪਰ ਸਰਬੱਤ ਖਾਲਸਾ ਕਰਨਾ। ਉਦੋਂ ਸਿੱਖਾਂ ਨੇ ਮਤੇ ਪਾਸ ਕਰਨੇ ਕਿ ਆਪਾਂ ਆਹ ਕਾਰਜ ਕਰਨੇ ਨੇ। ਤੇ ਕਾਫੀ ਸਮਾਂ ਹੋ ਚੁੱਕਾ ਸੀ ਅੱਜ ਕਿ ਜਿਹੜਾ ਇਹ ਦਿਹਾੜਾ ਨਹੀਂ ਮਨਾਇਆ ਗਿਆ। ਉਦੋਂ ਇਹਨਾਂ ਨੇ ਜਾ ਕੇ ਬੇਨਤੀ ਕੀਤੀ ਕਿ ਸਾਨੂੰ ਇਹ ਮਨਾਉਣ ਦੀ ਆਗਿਆ ਦਿੱਤੀ ਜਾਵੇ। ਅੱਗੋਂ ਇਹਨਾਂ ਆਖਣਾ ਕੀਤਾ ਕਿ ਜੇ ਤੁਸੀਂ ਸਰਕਾਰੀ ਖਜ਼ਾਨੇ 5000 ਰੁਪਏ ਜਮ੍ਹਾਂ ਕਰਾਵੋਗੇ ਫਿਰ ਤੁਹਾਨੂੰ ਅਸੀਂ ਆਗਿਆ ਦਿੰਦੇ ਹਾਂ। ਭਾਈ ਮਣੀ ਸਿੰਘ ਜੀ ਤਿਆਰ ਹੋ ਕੇ ਨਾ, ਠੀਕ ਹੈ ਬੰਦੀ ਛੋੜ ਦਿਵਸ ਦਿਹਾੜਾ ਮਨਾਇਆ ਜਾਵੇਗਾ।
ਤੇ ਸੰਗਤਾਂ ਆਉਣਗੀਆਂ, ਚੜਾਵਾ ਇਕੱਤਰ ਹੋਵੇਗਾ ਤੇ 5000 ਰੁਪਇਆ ਅਸੀਂ ਸਰਕਾਰੀ ਖਜ਼ਾਨੇ ਜਮ੍ਹਾਂ ਕਰਾ ਦਿਆਂਗੇ। ਤਿਆਰੀਆਂ ਹੋ ਗਈਆਂ, ਦੀਪਮਾਲਾ ਸ਼ੁਰੂ ਹੋ ਗਈ। ਇੱਧਰੋਂ ਗੁਰੂ ਸਵਾਰਿਓ ਜ਼ਕਰੀਆ ਖਾਨ ਨੇ ਤਿਆਰੀ ਕਰ ਲਈ ਕਿ ਬਹੁਤ ਵਧੀਆ ਮੌਕਾ, ਮੈਂ ਇਹਨਾਂ ਨੂੰ ਸਿੱਖਾਂ ਨੂੰ ਬੜੀ ਮਾਰਨ ਦੀ ਕੋਸ਼ਿਸ਼ ਕੀਤੀ, ਫਿਰ ਵੀ ਬਚ ਜਾਂਦੇ ਨੇ। ਅੱਜ ਇਹ ਅੰਮ੍ਰਿਤਸਰ ਦੀ ਧਰਤੀ ਤੇ ਸਾਰਾ ਸਰਬੱਤ ਖਾਲਸਾ ਇਕੱਤਰ ਹੋਵੇਗਾ, ਸਿੱਖ ਇਕੱਠੇ ਹੋਣਗੇ। ਇਕੱਠਿਆਂ ਉੱਤੇ ਹਮਲਾ ਕਰਕੇ ਇੱਕ ਵਾਰੀ ਸਾਰਿਆਂ ਨੂੰ ਮਾਰ ਮੁਕਾ ਦਿੱਤਾ ਜਾਵੇਗਾ ਤੇ ਇਸ ਦਾ ਸਿੱਖਾਂ ਦਾ ਨਾਮੋ ਨਿਸ਼ਾਨ ਸੰਸਾਰ ਤੋਂ ਮਿਟ ਜਾਵੇਗਾ। ਕਹਿੰਦੇ ਇਹ ਵਿਉਂਤ ਬਣਾਈ ਗਈ। ਵਿਉਂਤ ਬਣਾ ਕੇ ਜਦੋਂ ਇਸ ਤਰ੍ਹਾਂ ਇਹ ਜਿਹੜੀ ਖਬਰ ਸੀ ਭਾਈ ਮਣੀ ਸਿੰਘ ਤੱਕ ਪਹੁੰਚ ਗਈ, ਜਿੱਥੇ ਭਾਈ ਮਣੀ ਸਿੰਘ ਨੇ ਪਹਿਲਾਂ ਸੰਗਤਾਂ ਨੂੰ ਹੁਕਮਨਾਮੇ ਭੇਜੇ ਸੀ ਕਿ ਭਾਈ ਆਪਾਂ ਸਾਰਿਆਂ ਨੇ ਇਕੱਤਰ ਹੋ ਕੇ ਸਰਬੱਤ ਖਾਲਸੇ ਨੇ ਇੱਥੇ ਬੰਦੀ ਛੋੜ ਦਿਵਸ ਦਿਹਾੜਾ ਮਨਾ, ਸਾਰੀਆਂ ਸੰਗਤਾਂ ਇੱਥੇ ਪਹੁੰਚੋ। ਉੱਥੇ ਨਾਲ ਹੀ ਦੁਆਰਾ ਫਿਰ ਪੱਤਰਕਾਂ ਭੇਜ ਦਿੱਤੀਆਂ ਕਿ ਕੋਈ ਵੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਨਾ ਆਵੇ। ਸਰਕਾਰ ਨੇ ਇਹ ਸਾਜ਼ਿਸ਼ ਖੇਡੀ ਹੋਈ ਹੈ, ਸਿੱਖ ਇਕੱਠੇ ਹੋਣ, ਸਿੱਖਾਂ ਦਾ ਨੁਕਸਾਨ, ਜਾਨੀ ਮਾਲੀ ਨੁਕਸਾਨ ਕੀਤਾ ਜਾਵੇਗਾ। ਤੇ ਗੁਰੂ ਸਵਾਰ ਜਿਸ ਕਰਕੇ ਇਕੱਠ ਨਹੀਂ ਹੋਇਆ। ਕੁਝ ਕੁ ਸਿੱਖ ਆਏ ਨੇ, ਜਿਹੜੇ ਆਏ ਨੂੰ ਉਹ ਸ਼ਹੀਦ ਕਰ ਦਿੱਤੇ ਗਏ। ਤੇ ਭਾਈ ਮਣੀ ਸਿੰਘ ਨੂੰ ਜਦੋਂ ਇਸ ਤਰ੍ਹਾਂ ਦੀਵਾਲੀ ਦਾ ਦਿਨ ਲੰਘ ਗਿਆ, ਫਿਰ ਇਹਨੂੰ ਸੱਦਿਆ ਗਿਆ ਕਿ ਤੁਸੀਂ ਸਰਕਾਰੀ ਖਜ਼ਾਨੇ 'ਚ 5000 ਰੁਪਏ ਜਮ੍ਹਾਂ ਕਰਾਵੋ। ਤੇ ਭਾਈ ਸਾਹਿਬ ਨੇ ਅੱਗੋਂ ਇਨਕਾਰ ਕਰਨਾ ਕੀਤਾ, ਕਹਿਣ ਲੱਗੇ ਭਾਈ ਜੇ ਚੜਾਵਾ ਆਉਂਦਾ ਮੈਂ ਤੁਹਾਨੂੰ ਜਮ੍ਹਾਂ ਕਰਾ ਦੇਣਾ ਸੀ, ਪਰ ਗੱਲ ਤਾਂ ਇਹ ਹੈ ਕਿ ਬੰਦੀ ਛੋੜ ਦਿਵਸ ਦਿਹਾੜਾ ਤਾਂ ਮਨਾਇਆ ਹੀ ਨਹੀਂ ਗਿਆ। ਤੁਸੀਂ ਕੋਝੀਆਂ ਸ਼ਰਾਰਤਾਂ ਕਰਦੇ ਹੋ, ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਹੋ। ਤੇ ਗੁਰੂ ਸਵਾਰਿਓ ਉਸ ਸਮੇਂ ਕਹਿੰਦੇ ਫਿਰ ਇਹ ਵਾਰ-ਵਾਰ ਆਖਿਆ ਗਿਆ ਕਿ ਤੁਸੀਂ ਇਹ ਮਾਇਆ ਇਕੱਤਰ ਕਰ ਜਮ੍ਹਾਂ ਕਰਾਉਣਾ ਕਰੋ, ਨਹੀਂ ਦੀਨੇ ਇਸਲਾਮ ਕਬੂਲ ਕਰੋ। ਤੇ ਫਿਰ ਗੁਰੂ ਸਵਾਰੇ 34 ਵਿੱਚ, ਕਿਉਂ 33 ਵਿੱਚ ਇਹ ਘਟਨਾ ਵਾਪਰੀ ਤੇ 34 ਦੇ ਵਿੱਚ 1734 ਦੇ ਵਿੱਚ ਨਿਖਾਸ ਚੌਂਕ ਦੇ ਵਿੱਚ ਸ਼ਹੀਦ ਭਾਈ ਮਣੀ ਸਿੰਘ ਨੂੰ ਬੰਦ ਕੱਟਣ ਦਾ ਫਤਵਾ ਤਿਆਰ ਕੀਤਾ ਗਿਆ ਸੀ। ਤੇ ਭਾਈ ਮਣੀ ਸਿੰਘ ਵੀ ਇਸੇ ਹੀ ਬੰਦੀ ਛੋੜ ਦਿਵਸ ਦਿਹਾੜੇ ਕਰਕੇ ਹੀ ਗੁਰੂ ਸਵਾਰਿਓ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਣਾ ਕੀਤਾ ਸੀ, ਸ਼ਹੀਦ ਹੋਏ ਸਨ। ਜਿੱਥੇ ਆਪਾਂ ਇਹ ਖੁਸ਼ੀਆਂ ਮਨਾਉਂਦੇ ਹਾਂ, ਕਿਉਂਕਿ ਜਿਹੜਾ ਇਹ ਦੀਵਾਲੀ ਹੈ ਅਸਲ ਵਿੱਚ ਇਹ ਪਹਿਲਾਂ ਦਾ ਤਿਉਹਾਰ ਚੱਲਿਆ ਆ ਰਿਹਾ। ਆਪਾਂ ਇਹ ਇਤਿਹਾਸ 'ਚ ਪੜ੍ਹਦੇ, ਹਿੰਦੂ ਮਤ ਦੇ ਗ੍ਰੰਥ ਨੇ ਕਿ ਸ਼੍ਰੀ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਅਯੋਧਿਆ ਦੀ ਧਰਤੀ ਤੇ ਆਏ ਸੀ। ਅਯੋਧਿਆ ਵਾਸੀਆਂ ਨੇ ਉਸ ਸਮੇਂ ਦੀਵੇ ਜਗਾਏ ਸਨ, ਉਹਨਾਂ ਨੇ ਦੀਵੇ, ਖੁਸ਼ੀ ਵਿੱਚ ਦੀਵੇ ਜਗਾਏ। ਇਹ ਪੜ੍ਹਦੇ ਨਾ ਆਪਾਂ, ਇਹਦਾ ਮਤਲਬ ਕਿ ਇਹ ਦੀਵਾਲੀ ਜਿਹੜੀ ਪਹਿਲਾਂ ਉਸ ਦਿਨ ਦੀਵਾਲੀ ਦਾ ਦਿਨ ਸੀ, ਪਰ ਇਹਦਾ ਮਤਲਬ ਇਹ ਕਿ ਦੀਵਾਲੀ ਪਹਿਲਾਂ ਵੀ ਮਨਾਈ ਜਾਂਦੀ ਸੀ। ਇਹ ਲੋਕ ਤਿਉਹਾਰ ਸੀ, ਕਿਉਂਕਿ ਪੁਰਾਤਨ ਜਿਹੜਾ ਸਮਾਂ ਸੀ ਨਾ, ਅੱਜ ਕੱਲ੍ਹ ਤਾਂ ਸਾਨੂੰ ਬੜੇ ਗੁਰੂ ਨੇ ਕਿਰਪਾ ਕੀਤੀ ਹੈ ਕਿ ਸਾਨੂੰ ਸਾਰੇ ਸਾਧਨ ਪ੍ਰਾਪਤ ਹੋ ਗਏ ਨੇ। ਗਰਮੀ ਹੈ, ਆਪਾਂ ਗਰਮੀ ਨੂੰ ਸਰਦੀ 'ਚ ਬਦਲ ਲੈਂਦੇ ਹਾਂ, ਕਮਰੇ 'ਚ ਆਪਾਂ ਏਸੀ ਛੱਡਦੇ ਹਾਂ, ਠੰਡੇ ਹੋ ਜਾਂਦੇ ਕਮਰੇ, ਉਹ ਸਰਦ ਇਸ ਤਰ੍ਹਾਂ ਸਾਡੇ ਸਰੀਰ ਨੂੰ ਗਰਮੀ ਜਿਹੜੀ ਹੈ ਸਤਾਉਂਦੀ ਨਹੀਂ ਹੈ। ਜੇ ਸਰਦੀ ਹੈ, ਸਰਦੀ ਵਿੱਚ ਗੁਰੂ ਦੇ ਹੀਟਰ ਇਤਿਆਦ ਕਮਰੇ 'ਚ ਲਾਏ ਤੇ ਉਹ ਜਿਹੜੀ ਗਰਮ, ਉੱਥੇ ਕਮਰਾ ਗਰਮ ਹੋ ਜਾਂਦਾ ਹੈ। ਤੇ ਅੱਜ ਸਾਨੂੰ ਬੜੇ ਸਾਧਨ ਨੇ ਸਾਡੇ ਕੋਲ। ਪੁਰਾਣੇ ਸਮਿਆਂ ਦੇ ਵਿੱਚ ਲੋਕ ਜਦੋਂ ਗਰਮੀਆਂ ਦੀ ਰੁੱਤਾਂ ਹੁੰਦੀਆਂ ਸਨ ਤੇ ਲੋਕਾਂ ਨੇ ਆਪਣੇ ਘਰਾਂ ਤੋਂ ਬਾਹਰ ਨਿਕਲਣਾ, ਦਰੱਖਤਾਂ ਥੱਲੇ ਆਪਣੇ ਡੇਰੇ ਲਾ ਲੈਣੇ ਤੇ ਦਰੱਖਤਾਂ ਥੱਲੇ ਸੌਣਾ, ਉੱਥੇ ਹੀ ਆਪਣੀਆਂ ਰਾਤਾਂ ਬਤੀਤ ਕਰਨੀਆਂ ਤੇ ਵੱਧ ਤੋਂ ਵੱਧ ਸਮਾਂ ਠੰਡੀ ਹਵਾ ਲੈਣ ਲਈ ਦਰੱਖਤਾਂ ਥੱਲੇ ਬੈਠਦੇ ਸਨ। ਜਦੋਂ ਫਿਰ ਸਰਦੀ ਸ਼ੁਰੂ ਹੋਣ ਵਾਲੀ ਹੁੰਦੀ ਸੀ, ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਫਿਰ ਇੱਕ ਦਿਨ ਲੋਕਾਂ ਨੇ ਨਿਯਤ ਕਰ ਲਿਆ ਕਿ ਆਹ ਦਿਨ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਆਪਣੇ ਆਪਣੇ ਘਰਾਂ ਦੀ ਸਫਾਈ ਕਰਨੀ ਹੈ। ਘਰਾਂ ਵਿੱਚ ਰੰਗ ਰੋਗਣ ਇਤਿਆਦ ਕਰਨਾ ਤੇ ਦੀਪਮਾਲਾ ਕਰਨੀ, ਲਾਈਟਾਂ ਜਗਾਉਣੀਆਂ, ਤੇ ਜਿਸ ਕਰਕੇ ਫਿਰ ਸਾਡਾ ਘਰ ਜਿਹੜਾ ਹੈ ਸਾਫ਼ ਹੋ ਜਾਵੇਗਾ। ਕਿਉਂਕਿ ਕੱਚੇ ਮਕਾਨ ਹੁੰਦੇ ਸਨ, ਜਿਹੜੀਆਂ ਛੱਪਰੀਆਂ ਹੋਣੀਆਂ,
ਕੀੜੇ ਮਕੌੜੇ ਇਤਿਆਦਿ ਕਾਫੀ ਉਹਨਾਂ ਦਾ ਵਾਧਾ ਹੁੰਦਾ ਸੀ, ਮੀਂਹ ਮੂੰਹ ਇਤਿਆਦਿ ਪਿਆ ਹੁੰਦਾ ਸੀ। ਫਿਰ ਗੁਰੂ ਸਰੇ ਇਹ ਸਫਾਈ ਕੀਤੀ ਜਾਂਦੀ ਸੀ, ਦੀਵੇ ਜਗਾਉਂਦੇ ਸਨ ਲੋਕ। ਜਿਸ ਕਰਕੇ ਇਹ ਦੀਵਾਲੀ ਦਾ ਦਿਨ ਪਹਿਲਾਂ ਤੋਂ ਹੀ ਮਨਾਇਆ ਜਾਂਦਾ ਸੀ ਅਤੇ ਇਹਦੇ ਨਾਲ ਸ਼੍ਰੀ ਰਾਮ ਜੀ ਦਾ ਜਿਹੜਾ ਇਤਿਹਾਸ ਜੁੜ ਗਿਆ ਅਤੇ ਬੰਦੀ ਛੋੜ ਦਿਵਸ ਦਿਹਾੜੇ ਦਾ ਨਾਮ ਜੁੜ ਗਿਆ। ਅਸਲ ਵਿੱਚ ਦੀਵੇ ਜਗਾਏ ਜਾਂਦੇ। ਜੇ ਆਪਾਂ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀ, ਜਿੱਥੇ ਪ੍ਰਤੱਖ ਤੌਰ 'ਤੇ ਆਪਾਂ ਦੀਵੇ ਚੰਗੀ ਗੱਲ ਹੈ, ਵਾਤਾਵਰਨ ਨੂੰ ਸ਼ੁੱਧ ਕਰਨ ਲਈ ਦੀਵੇ ਜਗਾਉਣੇ, ਪਰ ਸਤਿਗੁਰੂ ਜੀ ਕਹਿੰਦੇ ਉਹ ਦੀਵਾ ਜਗਾ ਜਿਸ ਦੀਵੇ ਰਾਹੀਂ ਤੇਰੇ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਵੇ। ਦੀਵਾ ਬਲੈ ਅੰਧੇਰਾ ਜਾਏ, ਕਹਿੰਦੇ ਉਹ ਦੀਵਾ ਜਗਾ ਜਿਸ ਰਾਹੀਂ ਤੇਰੇ ਹਿਰਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੋਵੇ। ਜੇਕਰ ਆਪਾਂ ਦੇਖੀਏ ਸਾਡੇ ਹਿਰਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਕਿਉਂਕਿ ਪਰਮਾਤਮਾ ਨੇ ਪ੍ਰਤੱਖ ਤੌਰ 'ਤੇ ਸਾਨੂੰ 2 ਦੀਵੇ ਦੇਣਾ ਕੀਤੇ ਨੇ, ਜਿਹੜੇ ਪਰਮਾਤਮਾ ਦੇ ਦੀਵੇ ਜਗ ਰਹੇ ਨੇ। 2 ਦੀਵੇ 14 ਹਟ ਨਾਲੇ, ਜੇਤੇ ਜੀ ਤੇਤੇ ਬਣ ਜਾਰੇ, ਖੁੱਲੇ ਹੱਟ ਹੁਆ ਵਪਾਰ, ਜੋ ਪਹੁੰਚੈ ਸੋ ਚੱਲਣ ਹਾਰ। 2 ਦੀਵੇ, ਚੰਦਰਮਾ ਤੇ ਸੂਰਜ, ਚੰਦ ਤੇ ਸੂਰਜ, ਰਾਤ ਦਾ ਦੀਵਾ ਚੰਦਰਮਾ ਤੇ ਦਿਨ ਦਾ ਦੀਵਾ ਸੂਰਜ। ਜੇ ਸੂਰਜ ਨਾ ਚੜ੍ਹੇ ਹਨੇਰਾ ਰਹੇਗਾ। 14 ਲੋਕ, 14 ਹੱਟ ਨਾਲੇ 14 ਲੋਕ ਨੇ। ਜਿੰਨੇ ਨਾ 14 ਲੋਕਾਂ ਜਿਹੜੇ ਜੀਵ ਆਏ ਨੇ ਨਾ, ਜੇਤੇ ਜੀ ਤੇਤੇ ਬਣ ਜਾਰੇ, ਸਾਰੇ ਵਣਜ ਕਰਨ ਵਾਸਤੇ ਆਏ ਨੇ। ਹੱਟੀਆਂ ਖੁੱਲੀਆਂ ਹੋਈਆਂ, ਵਪਾਰ ਹੋ ਰਹੇ ਆ। ਕਹਿੰਦੇ ਜੋ ਪਹੁੰਚਿਆ ਸੋ ਚੱਲਣ, ਜਿਹੜਾ ਆ ਗਿਆ ਇੱਕ ਵਾਰੀ ਉਹਨੇ ਇੱਕ ਦਿਨ ਇੱਥੋਂ ਵਾਪਸ ਜਾਣਾ ਹੀ ਹੈ। ਫਿਰ ਸਤਿਗੁਰੂ ਇਹ ਵੀ ਬਚਨ ਕਰਦੇ ਨੇ, ਕਹਿੰਦੇ ਇਸੇ ਤਰ੍ਹਾਂ ਹੀ ਜਿਹੜੇ ਸਾਡੇ 2 ਨੇਤਰ ਨੇ, 2 ਦੀਵੇ 14 ਹੱਟ ਨਾਲੇ, ਸਾਡੇ ਜਿਹੜੇ ਨੇਤਰ ਨੇ 2 ਇਹ ਦੀਵਿਆਂ ਦੀ ਨਿਆਈ ਹਨ, ਜਿਹਦੇ ਰਾਹੀਂ ਆਪਾਂ ਸਾਰੇ ਸੰਸਾਰ ਨੂੰ ਦੇਖਦੇ ਹਾਂ। ਸਾਰਾ ਸੰਸਾਰ ਆਪਾਂ ਦੇਖਦੇ ਹਾਂ। ਅਤੇ ਇਸੇ ਤਰੀਕੇ ਨਾਲ 14 ਹੱਟ ਨਾਲੇ 5 ਗਿਆਨ ਇੰਦਰੇ, 5 ਕਰਮ ਇੰਦਰੇ ਨੇ, ਅਤੇ ਮਨ ਬੁੱਧ ਚਿੱਤ ਹੰਕਾਰ ਗਿਣਤੀ ਹੋ ਗਈ 14। ਇਹ ਸਾਡੇ ਸਰੀਰ ਦੀ ਅੰਦਰ ਦੀ ਜੋ ਬਣਤਰ ਹੈ ਉਹ ਸਤਿਗੁਰੂ ਬਿਆਨ ਕਰਦੇ ਨੇ। ਕਹਿੰਦੇ ਹੈ ਅੰਦਰ ਹਨੇਰਤਾ, ਹਨੇਰਾ ਹੈ ਪੂਰਾ। ਜਿੰਨੇ ਵੀ ਇਸ ਸੰਸਾਰ ਘਰ 'ਚ ਆਏ ਨੇ, ਇੱਕ ਦਿਨ ਉਹਨਾਂ ਨੇ ਸੰਸਾਰ ਤੋਂ ਕੂਚ ਕਰਨਾ ਹੈ। ਪਰ ਨਾਲ ਹੀ ਸਤਿਗੁਰੂ ਕਹਿੰਦੇ ਤੇਰੇ ਅੰਦਰ ਅਗਿਆਨਤਾ ਦਾ ਹਨੇਰਾ ਏ, ਤੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨਾ ਗਿਆਨ ਰੂਪੀ ਦੀਵਾ ਬਾਲ ਕੇ। ਉਹ ਗਿਆਨ ਰੂਪੀ ਦੀਵਾ ਜਦੋਂ ਬਲ ਗਿਆ ਨਾ, ਫਿਰ ਕੀ ਹੋਵੇਗਾ ਕਿ ਬਲਿਓ ਚਰਾਗ ਅੰਧਿਆਰ ਮੈਂ, ਸਭ ਕਲ ਉਧਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਫਿਰ ਇਹੋ ਜਿਹੀ ਅਵਸਥਾ ਬਣੇਗੀ ਕਿ ਤੇਰੇ ਹਿਰਦੇ ਅੰਦਰ ਫਿਰ ਗਿਆਨ ਦਾ ਦੀਵਾ ਜਦੋਂ ਬਲ ਗਿਆ ਨਾ, ਜਿਵੇਂ ਆਪਾਂ ਕਮਰੇ 'ਚ ਬੰਦ ਪਿਆ ਕਮਰਾ ਕਈ ਸਾਲਾਂ ਤੋਂ, ਸੂਰਜ ਦੀ ਕਿਰਨ ਅੰਦਰ ਨਹੀਂ ਜਾ ਸਕਦੀ ਹੈ, ਉਸ ਕੁੱਪ ਹਨੇਰਾ ਏ, ਲਾਈਟ ਜਗਾਈ, ਸੁੱਚ ਔਨ ਕੀਤਾ ਤੇ ਗੁਰੂ ਸਵਾਰਿਓ, ਅੰਦਰ ਪ੍ਰਕਾਸ਼ ਹੋ ਗਿਆ, ਹਨੇਰਾ ਚਲਿਆ ਗਿਆ। ਇਸੇ ਤਰ੍ਹਾਂ ਜਦੋਂ ਗਿਆਨ ਦਾ ਦੀਵਾ ਹਿਰਦੇ ਅੰਦਰ ਬਲ ਗਿਆ ਨਾ, ਫਿਰ ਅਗਿਆਨਤਾ ਰੂਪੀ ਹਨੇਰਾ ਉੱਤੇ ਟਿਕ ਨਹੀਂ ਸਕੇਗਾ, ਅੰਦਰ ਦੀ ਸੋਝੀ ਉਸ ਜੀਵ ਨੂੰ ਆ ਜਾਵੇਗੀ। ਸੋ ਸਾਰੀਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਦੁਆਰਾ ਫੇਰ ਬਹੁਤ ਬਹੁਤ ਮੁਬਾਰਕਾਂ। ਗੁਰੂ ਪਾਤਸ਼ਾਹ ਦੇ ਚਰਨਾਂ 'ਚ ਆਪਾਂ ਬੇਨਤੀ ਕਰੀਏ ਕਿ ਸਤਿਗੁਰੂ ਆਪ ਜੀ ਬੰਦੀ ਛੋੜ ਦਾਤਿਓ, ਸਾਨੂੰ ਵੀ ਪਾਤਸ਼ਾਹ ਜੰਮਣ ਮਰਨ ਦੇ ਬੰਧਨ ਪਏ ਹੋਏ ਨੇ, ਵਿਕਾਰਾਂ ਦੇ ਬੰਧਨ ਪਏ ਹੋਏ ਹਨ, ਮਹਿਕੀ ਪਦਾਰਥਾਂ ਦੇ ਬੰਧਨ ਪਏ ਨੇ। ਸਤਿਗੁਰੂ ਕਿਰਪਾ ਕਰੋ, ਆਪ ਜੀ ਸਾਨੂੰ ਇਹਨਾਂ ਬੰਧਨਾਂ ਤੋਂ ਛੁਟਕਾਰਾ ਕਰਾਵੋ ਤੇ ਸਾਨੂੰ ਸਦੀਵੀ ਕਾਲ ਲਈ ਆਪਣੇ ਚਰਨਾਂ ਦੇ ਭੋਰੇ ਬਣਾ ਕੇ ਰੱਖੋ, ਤਾਂ ਕਿ ਸਾਡਾ ਲੋਕ ਸੁਖੀਏ ਪਰ ਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਪਾਤਸ਼ਾਹ ਜੀ ਬਖਸ਼ਿਸ਼।